स्वागत बहुत बहुत स्वागत है गल्लां ते गीत इस खास प्रोग्राम दे विच। दिशा भी ठीक रखण लई ते सोहणी चाल रखण लई असीं तुहानूं प्यार करदे हां, अपना ख्याल रखण लई। बहुत ख्याल रखण वास्ते असीं प्यार दे नाल मुहब्बत दे नाल हौली हौली करके कुछ ना कुछ उलीकदे हां, जागरूक होंदे हां, सोचदे हां, विचारदे हां। फिर असीं ये विचारदे हां कि असीं अपणिਆਂ ਨੂੰ प्यार करदे हां तो फिर क्यों ना उन्हां दी सेहत ਦਾ भी ख्याल रखिया जाए। जे अपणਿਆਂ ਨੂੰ प्यार करदे हां क्यों ना उन्हां ਨੂੰ जागरूक किया जाए कि आले दुआले वातावरण भी साडे नाल जे सांझ पा लवे, वातावरण ਨੂੰ ਅਸੀਂ ਸੰਭਾਲ ਲਈਏ। वातावरण ਦੇ ਨਾਲ ਅਸੀਂ ਇੱਕਮਿਕ ਹੁੰਦੇ ਹਾਂ। ਸਵੇਰੇ ਉੱਠ ਕੇ ਕੁਦਰਤ ਸਾਨੂੰ ਜਗਾਉਂਦੀ ਹੈ ਜਦੋਂ ਉਸ ਵੇਲੇ, ਤੇ ਫਿਰ ਤੁਹਾਨੂੰ ਪਤਾ ਕਿ ਰੱਬ ਦੀ ਕਾਇਨਾਤ ਵੀ ਸਾਡੀ ਗੋਦੀ ਦੇ ਵਿੱਚ ਹੁੰਦੀ ਹੈ। ਸੋ ਇਸ ਕਰਕੇ ਜਦੋਂ ਅਸੀਂ ਵਾਤਾਵਰਨ ਦੀ ਸੰਭਾਲ ਦੀ ਗੱਲ ਕਰਦੇ ਹਾਂ ਤੇ ਅੱਜ ਦਾ ਦਿਨ ਜਿਹੜਾ ਹੈ ਉਹ ਵਾਤਾਵਰਨ ਦੇ ਨਾਲ ਜੁੜਿਆ ਹੋਇਆ ਹੈ। ਅੱਜ ਦਾ ਦਿਨ ਜਿਹੜਾ ਹੈ ਉਹ ਸਾਡੀ ਸਿਹਤ ਦੇ ਨਾਲ ਜੁੜਿਆ ਹੋਇਆ ਹੈ। ਅੱਜ ਦਾ ਦਿਨ ਸਮਾਜ ਦੇ ਉਸ ਦਾਇਰੇ ਦੇ ਨਾਲ ਜੁੜਿਆ ਹੋਇਆ ਜਿਹਦੇ ਵਿੱਚ ਰਹਿ ਕੇ ਅਸੀਂ ਆਪਣੇ ਆਪ ਨੂੰ ਕਹਿ ਸਕਦੇ ਹਾਂ ਕਿ ਹਾਂ ਅਸੀਂ ਤੰਦਰੁਸਤ ਹਾਂ। ਸੱਚੀ ਅੱਜ ਇੰਟਰਨੈਸ਼ਨਲ ਪਲਾਸਟਿਕ ਬੈਗ ਫ੍ਰੀ ਡੇ ਹੈ ਔਰ ਇਹੀ ਸਾਡਾ ਅੱਜ ਦਾ ਜਿਹੜਾ ਹੈ ਉਹ ਵਿਸ਼ਾ ਹੈ ਔਰ ਇਸੇ ਵਿਸ਼ੇ ਬਾਬਤ ਅਸੀਂ ਗੱਲਬਾਤ ਵੀ ਕਰਨੀ ਹੈ। ਕਿਉਂਕਿ ਜਦੋਂ ਅਸੀਂ ਪਲਾਸਟਿਕ ਦੀ ਗੱਲ ਕਰਦੇ ਹਾਂ, ਪਾਣੀ ਦੀ ਬੋਤਲ ਤੁਸੀਂ ਖਰੀਦਦੇ ਹੋ ਉਹਦੇ ਉੱਤੇ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ, ਪਰ ਸੱਚ ਜਾਣਿਓ ਉਹਦੇ ਉੱਤੇ ਐਕਸਪਾਇਰੀ ਡੇਟ ਸਿਰਫ ਔਰ ਸਿਰਫ ਬੋਤਲ ਦੇ ਖਰਾਬ ਹੋਣ ਦੀ ਲਿਖੀ ਹੁੰਦੀ ਹੈ, ਨਾ ਕਿ ਉਹਦੇ ਵਿਚਲੇ ਪਾਣੀ ਦੀ। ਅਤੇ ਪਾਣੀ ਕਦੀ ਖਰਾਬ ਨਹੀਂ ਹੁੰਦਾ, ਬੋਤਲ ਖਰਾਬ ਹੁੰਦੀ ਹੈ ਕਿਉਂਕਿ ਉਹ ਪਲਾਸਟਿਕ ਦੀ ਬਣੀ ਹੋਈ ਆ। ਪਰ ਜਦੋਂ ਅਸੀਂ ਝੋਲੇ ਦੇ ਵਿੱਚ ਸਬਜ਼ੀ ਲੈਣ ਜਾਂਦੇ ਹਾਂ ਅਤੇ ਉਸ ਵੇਲੇ ਸਾਨੂੰ ਥੋੜ੍ਹੀ ਜਿਹੀ ਜਿਹੜੀ ਹੈ ਉਹ ਸ਼ਰਮ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਆ। ਪਰ ਜਦੋਂ ਅਸੀਂ ਬੈਗ ਲੈ ਕੇ ਜਾਂਦੇ ਹਾਂ ਪਲਾਸਟਿਕ ਦਾ, ਫਿਰ ਅਸੀਂ ਮਾਣ ਮਹਿਸੂਸ ਕਰਦੇ ਹਾਂ। ਕਿੱਦਾਂ ਦੀ ਸਾਡੀ ਮਾਨਸਿਕਤਾ ਹੋ ਗਈ ਹੈ ਕਿ ਅਸੀਂ ਪਲਾਸਟਿਕ ਬੈਗਸ ਨੂੰ ਤਰਜੀਹ ਦੇ ਰਹੇ ਹਾਂ। ਪਰ ਅੱਜ ਗੱਲਾਂ ਬਾਤਾਂ ਇਸੇ ਹੀ ਸਿਲਸਿਲੇ ਬਾਬਤ ਆਪਾਂ ਕਰਨੀਆਂ ਨੇ, ਕਿਉਂਕਿ ਪਲਾਸਟਿਕ ਬੈਗਸ ਨੂੰ ਅਸੀਂ ਨਾ ਬੋਲਣੀਆਂ, ਸੇ ਨੋ ਟੂ ਪਲਾਸਟਿਕ ਬੈਗਸ। ਇਸ ਕਰਕੇ ਇਸ ਗੰਭੀਰ ਵਿਸ਼ੇ ਉੱਤੇ ਗੱਲਬਾਤ ਕਰਨ ਵਾਸਤੇ ਸਾਡੇ ਕੋਲ ਮੌਜੂਦ ਨੇ ਡਾਕਟਰ ਦਲਜੀਤ ਸਿੰਘ ਜੀ। ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ ਗਗਨਦੀਪ ਜੀ। ਅਤੇ ਡਾਕਟਰ ਦਲਜੀਤ ਸਿੰਘ ਜੀ ਹੈੱਡ ਆਫ ਦੀ ਡਿਪਾਰਟਮੈਂਟ ਆਫ ਜੋਗਰਾਫੀ ਦੁਆਬਾ ਕਾਲਜ ਦੇ ਵਿੱਚ ਇਸ ਵੇਲੇ ਆਪਣੀ ਸੇਵਾ ਨਿਭਾ ਰਹੇ ਨੇ ਔਰ ਨਾਲ ਦੀ ਨਾਲ ਇਨਵਾਇਰਮੈਂਟ ਸਟੱਡੀ ਜਿਹੜਾ ਵਿਸ਼ਾ ਹੈ ਬੜਾ ਮਤਲਬ ਇੱਕ ਇਹ ਕਹਿ ਲਓ ਕਿ ਸਮਾਜ ਦੇ ਨਾਲ ਜੁੜਨ ਵਾਲਾ, ਭਵਿੱਖ ਦੇ ਨਾਲ ਜੁੜਨ ਵਾਲਾ ਵਿਸ਼ਾ ਹੁੰਦਾ ਔਰ ਉਹਨੂੰ ਵੀ ਉਹ ਸਟੱਡੀ ਕਰਵਾ ਰਹੇ ਨੇ ਉੱਥੇ। ਅਤੇ ਡਾਕਟਰ ਸਾਹਿਬ ਜਦੋਂ ਆਪਾਂ ਅੱਜ ਦੀ ਗੱਲ ਕਰਦੇ ਹਾਂ, ਅੱਜ ਦਾ ਦਿਨ 3 ਜੁਲਾਈ ਦਾ ਹੈ ਨਾ, ਸੋ ਅੱਜ ਦੇ ਦਿਨ ਦਾ ਪਹਿਲਾਂ ਤਾਂ ਉਦੇਸ਼ ਕੀ ਹੈ, ਕੀ ਸਿਧਾਂਤ ਹੈ, ਕੀ ਇਹਦਾ ਟਾਰਗੇਟ ਮਿੱਥ ਕੇ ਚੱਲਦੇ ਹਾਂ ਆਪਾਂ? ਗਗਨਦੀਪ ਜੀ ਇਸ ਤਰ੍ਹਾਂ ਹੈ ਵੀ ਅਸੀਂ ਪਲਾਸਟਿਕ ਬੈਗ ਫ੍ਰੀ ਡੇ ਜਿਹੜਾ ਹੈਗਾ ਅੱਜ ਮਨਾ ਰਹੇ ਹੈਗੇ ਹਾਂ। 3 ਜੁਲਾਈ ਹਰ ਸਾਲ ਇਹ ਮਨਾਇਆ ਜਾਂਦਾ ਹੈਗਾ ਜੀ। ਅਤੇ ਪਲਾਸਟਿਕ ਬੈਗ ਨੂੰ ਜਿਨ੍ਹਾਂ ਨੂੰ ਅਸੀਂ ਜਿਹੜਾ ਪੋਲੀਥੀਨ ਬੈਗ ਵੀ ਕਹਿ ਦਿੰਦੇ ਹਾਂ ਜਾਂ ਮੋਮਜ਼ਾਮੇ ਦੇ ਲਿਫਾਫੇ ਵੀ ਕਹਿ ਦਿੰਦੇ ਹਾਂ ਜੀ, ਤਾਂ ਇਹਨਾਂ ਦੀ ਵਰਤੋਂ ਜਿਹੜੀ ਹੈਗੀ ਆ ਅਸੀਂ ਬਹੁਤ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਾਂ। ਤੁਸੀਂ ਦੇਖੋ ਵੀ ਜਦੋਂ ਵੀ ਅਸੀਂ ਕਿਸੇ ਦੁਕਾਨ 'ਤੇ ਜਾਂ ਸਟੋਰ ਦੇ ਉੱਤੇ ਜਿਹੜਾ ਹੈਗਾ ਉਹ ਕੋਈ ਸਬਜ਼ੀ ਲੈਣ ਜਾਂਦੇ ਹੈਗੇ ਆ, ਕਰਿਆਨਾ ਜਾਂ ਗਰੋਸਰੀ ਦੀ ਆਈਟਮ ਲੈਣ ਜਾਂਦੇ ਆ, ਤਾਂ ਇਹ ਯਕੀਨਨ ਹੁੰਦਾ ਹੈਗਾ ਵੀ ਜਦੋਂ ਵੀ ਅਸੀਂ ਉਸ ਸਟੋਰ ਤੋਂ ਬਾਹਰ ਆਈਏ ਤਾਂ ਸਾਡੇ ਦੋਨਾਂ ਹੱਥਾਂ ਦੇ ਵਿੱਚ ਕਈ ਲਿਫਾਫੇ ਫੜੇ ਹੁੰਦੇ ਆ। ਬਿਲਕੁਲ। ਉਹਨਾਂ ਲਿਫਾਫਿਆਂ ਨੂੰ ਲੈ ਕੇ ਜਦੋਂ ਅਸੀਂ ਚੰਦ ਮਿੰਟਾਂ ਦੇ ਵਿੱਚ ਹੀ ਆਪਣੇ ਘਰ ਪਹੁੰਚ ਜਾਂਦੇ ਹਾਂ ਅਤੇ ਘਰ ਦੀ ਕਿਚਨ ਵਿੱਚ ਜਾਂ ਕਿਸੇ ਸਥਾਨ ਦੇ ਉੱਤੇ ਉਹ ਸਮਾਨ ਜਿਹੜਾ ਹੈਗਾ ਬਾਹਰ ਕੱਢ ਲੈਂਦੇ ਹਾਂ ਅਤੇ ਲਿਫਾਫਿਆਂ ਨੂੰ ਇੱਧਰ ਉੱਧਰ ਸੁੱਟ ਦਿੰਦੇ ਹਾਂ। ਠੀਕ ਉਸੇ ਤਰ੍ਹਾਂ ਜਿਵੇਂ ਇੱਕ ਬੱਚਾ ਜਿਹਦਾ ਜਨਮ ਦਿਨ 'ਤੇ ਉਹਨੂੰ ਅਸੀਂ ਗਿਫਟ ਰੈਪ ਦਿੱਤਾ ਹੁੰਦਾ ਹੈਗਾ ਅਤੇ ਉਹ ਗਿਫਟ ਦਾ ਰੈਪਰ ਖੋਲ੍ਹ ਕੇ ਰੈਪਰ ਨੂੰ ਤਾਂ ਇੱਧਰ ਉੱਧਰ ਸੁੱਟ ਦਿੰਦਾ ਹੈਗਾ ਅਤੇ ਉਹ ਮਸਤ ਹੋ ਜਾਂਦਾ ਆਪਣੇ ਗਿਫਟ ਵਿੱਚ। ਅਸੀਂ ਵੀ ਉਸ ਸਮਾਨ ਦੇ ਵਿੱਚ ਜਿਹੜਾ ਹੈਗਾ ਵਿਅਸਤ ਹੋ ਜਾਂਦੇ ਹਾਂ ਅਤੇ ਲਿਫਾਫਿਆਂ ਦੀ ਜਿਹੜੀ ਹੈਗੀ ਹੈ ਉਹ ਚਿੰਤਾ ਕਿਤੇ ਬਿਨਾਂ ਹੀ ਜਿਹੜਾ ਹੈਗਾ ਆ ਉਹਨਾਂ ਨੂੰ ਇੱਧਰ ਉੱਧਰ ਸੁੱਟ ਦਿੰਦੇ ਹਾਂ। ਕੀ ਕਦੀ ਅਸੀਂ ਸੋਚਿਆ ਹੈਗਾ ਵੀ ਇਹ ਲਿਫਾਫੇ ਜਿਹੜੇ ਹੈਗੇ ਆ ਪਲਾਸਟਿਕ ਦੇ ਸਾਡੇ ਲਈ ਕਿੰਨੇ ਘਾਤਕ ਹੋ ਸਕਦੇ ਆ, ਮੇਰੀ ਜ਼ਿੰਦਗੀ ਲਈ ਜਾਂ ਸਾਡੇ ਵਾਤਾਵਰਨ ਲਈ? ਹੁਣ ਅਸੀਂ ਦੇਖੋ ਵੀ ਜਿਹੜੇ ਪਲਾਸਟਿਕ ਦੇ ਬੈਗ ਹੈਗੇ ਆ, ਮੈਂ ਵਰਤਿਆ ਤਾਂ ਉਹ ਦੁਕਾਨਦਾਰ ਤੋਂ ਲੈ ਕੇ ਘਰ ਤੱਕ ਪਹੁੰਚਣ ਲਈ ਉਹ ਹਾਰਡਲੀ ਅੱਧਾ ਘੰਟਾ ਲਈ ਵਰਤਿਆ ਹੈਗਾ। ਬਿਲਕੁਲ। ਪਰ ਇੱਕ ਪਲਾਸਟਿਕ ਬੈਗ ਦੀ ਜਿੱਦਾਂ ਤੁਸੀਂ ਦੱਸਿਆ ਹੈਗਾ ਵੀ ਗਲਾਸ ਦੀ ਜਿਹੜੀ ਉਮਰ ਹੈ ਜਾਂ ਪਾਣੀ ਦੀ ਉਮਰ ਹੈ, ਹੁਣ ਪਲਾਸਟਿਕ ਬੈਗ ਜਿਹੜਾ ਹੈਗਾ ਹੈ ਇਹ ਸਾਡੇ ਵਾਤਾਵਰਨ ਦੇ ਵਿੱਚ 5 ਸਦੀਆਂ ਤੱਕ ਜਿਹੜਾ ਹੈਗਾ ਉਹ ਕਾਇਮ ਰਹਿੰਦਾ। ਇਹਨੂੰ ਡੀਕੰਪੋਜ਼ ਹੋਣ ਨੂੰ, ਇਹਨੂੰ ਕੁਦਰਤੀ ਤੌਰ 'ਤੇ ਗਲਣ ਸੜਨ ਨੂੰ ਜਿਹੜਾ ਹੈਗਾ ਬਹੁਤ ਲੰਬਾ ਸਮਾਂ ਲੱਗਦਾ ਹੈ। ਇਹਨੂੰ ਅਸੀਂ ਕਹਿੰਦੇ ਹਾਂ ਨੋਨ ਬਾਇਓਡੀਗ੍ਰੇਡੇਬਲ ਆਈਟਮ ਹੈ ਇਹ ਪਲਾਸਟਿਕ ਬੈਗਸ। ਔਰ 500 ਨਵਿਆਉਣਯੋਗ ਸੋਮੇ ਨਾ, ਹਾਂਜੀ 500 ਸਾਲ ਤੱਕ ਇਹਨੇ ਸਾਡੇ ਆਪਣੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣਾ ਹੈਗਾ। ਹੁਣ ਦੇਖੋ ਵੀ ਕਿ ਜਿਹੜੀ ਚੀਜ਼ ਮੈਂ ਵਰਤਦਾ ਸਿਰਫ ਅੱਧੇ ਘੰਟੇ ਲਈ ਉਹਦਾ ਲਾਹਾ ਲੈ ਰਿਹਾ, ਫਾਇਦਾ ਲੈ ਰਿਹਾ, ਪਰ ਉਹਦਾ ਸੰਤਾਪ ਮੈਂ ਅਗਲੇ
500 ਸਾਲ ਜਾਂ 5 ਸਦੀਆਂ ਲਈ ਜਿਹੜਾ ਹੈਗਾ ਆ ਜੇ ਭੋਗਣਾ ਹੈ ਤੇ ਇੱਕ ਅੱਛੀ ਗੱਲ ਨਹੀਂ ਇਹ ਹੋਏਗੀ ਵੀ ਅਸੀਂ ਇਹੋ ਜਿਹੀ ਚੀਜ਼ ਵਰਤੀਏ। ਜਿਵੇਂ ਤੁਸੀਂ ਦੱਸਿਆ ਵੀ ਦੇਖੋ 500 ਤੋਂ ਲੈ ਕੇ 1000 ਸਾਲ ਤੱਕ ਲੱਗ ਜਾਂਦੇ ਆ ਪਲਾਸਟਿਕ ਦੇ ਜਾਂ ਪੋਲੀਥੀਨ ਦੇ ਲਿਫਾਫੇ ਨੂੰ ਗਲਣ ਵਾਸਤੇ, ਪਰ ਫਿਰ ਵੀ ਇਹਦੀ ਪੋਪੂਲੈਰਿਟੀ ਜ਼ਿਆਦਾ ਦੂਜਿਆਂ ਦੇ ਮੁਕਾਬਲੇ। ਹੁਣ ਜਿਵੇਂ ਅਸੀਂ ਕਹਿੰਦੇ ਨਾ ਵੀ ਜੇ ਲਮਹੋਂ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਹੈ ਵੀ ਇੱਕ ਲਮਹੇ ਵਾਸਤੇ ਅਸੀਂ ਪਲਾਸਟਿਕ ਦਾ ਬੈਗ ਜਿਹੜਾ ਹੈਗਾ ਚੰਦ ਮਿੰਟਾਂ ਲਈ ਜਿਹੜਾ ਹੈਗਾ ਉਹ ਯੂਜ਼ ਕੀਤਾ, ਪਰ ਉਹਨੂੰ ਕਈ ਸਦੀਆਂ ਤੱਕ ਜਿਹੜਾ ਹੈਗਾ ਉਹਦਾ ਸੰਤਾਪ ਅਸੀਂ ਭੋਗਦੇ ਰਹੇ ਜੀ। ਹੁਣ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਜਿਹੜਾ ਹੈਗਾ ਵਰਲਡ ਦੀਆਂ ਲਗਭਗ ਗਗਨਦੀਪ ਜੀ 17 ਆਪਣੇ 170 ਦੇਸ਼ ਜਿਹੜੇ ਹੈਗੇ ਆ ਤੇ ਉਹਨਾਂ ਦੀਆਂ 1900 ਤੋਂ ਜ਼ਿਆਦਾ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਇਹਨਾਂ ਨੇ ਰਲ ਕੇ ਜਿਹੜਾ ਹੈਗਾ ਇਹ ਉਦੇਸ਼ ਜਿਹੜਾ ਹੈਗਾ ਉਹ ਲਿਆ ਵੀ ਅਸੀਂ ਹਰ ਸਾਲ ਜਿਹੜਾ ਹੈਗਾ 3 ਜੁਲਾਈ ਨੂੰ ਜਿਹੜਾ ਹੈਗਾ ਪੂਰੀ ਦੁਨੀਆ ਨੂੰ ਜਿਹੜਾ ਹੈਗਾ ਪਲਾਸਟਿਕ ਬੈਗ ਦੀ ਵਰਤੋਂ ਤੋਂ ਰੋਕਣ ਲਈ ਜਿਹੜਾ ਹੈਗਾ ਉਹ ਆਪਣੇ ਚੇਤਨ ਕਰੀਏ ਤੇ ਨਾਲੋਂ ਨਾਲ ਇਹਨਾਂ ਦੇ ਆਲਟਰਨੇਟਿਵ ਜਿਹੜੇ ਹੈਗੇ ਆ ਉਹ ਯੂਜ਼ ਕਰਨ ਲਈ ਉਹਨਾਂ ਨੂੰ ਪ੍ਰੇਰਿਤ ਕਰੀਏ। ਹੁਣ ਫਾਇਦਿਆਂ ਦੀ ਗੱਲ ਤੁਸੀਂ ਪੁੱਛੀ ਹੈਗੀ ਵੀ ਪਲਾਸਟਿਕ ਦੇ ਬੈਗ ਜਿਹੜੇ ਹੈਗੇ ਆ ਉਹ ਇੰਨਾ ਨੁਕਸਾਨ ਹੋਣ ਦੇ ਬਾਵਜੂਦ ਪੂਰੀ ਦੁਨੀਆ 'ਚ ਪ੍ਰਚਲਿਤ ਕਿਉਂ ਹੋਏ ਇੰਨੇ ਜ਼ਿਆਦਾ ਜੀ। ਤੇ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਪੂਰੀ ਦੁਨੀਆ ਦੇ ਵਿੱਚ ਹਰ ਸਾਲ 5 ਖਰਬ ਪਲਾਸਟਿਕ ਦੇ ਲਿਫਾਫੇ ਜਿਹੜੇ ਹੈਗੇ ਆ ਉਹ ਵਰਤੇ ਜਾਂਦੇ ਹੈਗੇ ਆ। ਲਗਭਗ ਇੱਕ ਐਵਰੇਜ ਯੂਰੋਪੀਅਨ ਜਿਹੜਾ ਹੈਗਾ ਉਹ ਸਾਲ ਦੇ ਵਿੱਚ 500 ਤੋਂ ਵੱਧ ਜਿਹੜੇ ਹੈਗੇ ਆ ਲਿਫਾਫਿਆਂ ਦਾ ਇਸਤੇਮਾਲ ਕਰਦਾ ਹੈ। ਇਹੋ ਹੀ ਹਾਲਾਤ ਅਮਰੀਕਾ ਦੇ ਹੈਗੇ ਆ ਜਾਂ ਦੂਜੇ ਡਿਵੈਲਪਡ ਕੰਟਰੀਜ਼ ਦੇ ਹੈਗੇ ਆ। ਇੰਡੀਆ ਵੀ ਇਹਨਾਂ ਦਾ ਕੋਈ ਪਿੱਛੇ ਨਹੀਂ ਹੈਗਾ। ਹੁਣ ਇੰਡੀਆ ਦੇ ਲੋਕ ਵੀ ਪਲਾਸਟਿਕ ਦੇ ਬੈਗਸ ਦੀ ਬਹੁਤ ਜ਼ਿਆਦਾ ਵਰਤੋਂ ਕਰਨੀ ਸ਼ੁਰੂ ਕਰਤੀ ਹੈ ਇਹਨਾਂ ਨੇ। ਹੁਣ ਇਹਦੇ ਵਿੱਚ ਕੀ ਹੈਗਾ ਆ, ਹੁਣ ਕਿਉਂ ਵਰਤੋਂ ਕਰਦੇ ਹਾਂ ਅਸੀਂ, ਕਿਉਂ ਫਾਇਦੇ ਇਹਦੇ ਜ਼ਿਆਦਾ? ਫਾਇਦੇ ਤਾਂ ਇਸ ਲਈ ਹੈ ਵੀ ਪਲਾਸਟਿਕ ਦਾ ਬੈਗ ਇੱਕ ਤਾਂ ਸਸਤਾ ਬਹੁਤ ਹੈ ਜੀ, ਇੱਕ ਜੇ ਤੁਸੀਂ ਦੇਖਦੇ ਹਾਂ ਕਿ ਇਹ ਲਾਈਟ ਵੇਟ ਹੁੰਦਾ ਹੈਗਾ, ਇੱਕ ਜਿਹੜਾ ਹੈਗਾ ਵੀ ਇਹ ਹੰਢਣਸਾਰਤਾ ਇਹਦੀ ਜ਼ਿਆਦਾ ਹੈ ਕਿਉਂਕਿ ਇਹਦੀ ਸਟਿਚਿੰਗ ਜਿਹੜੀ ਹੈਗੀ ਆ ਜ਼ਬਰਦਸਤ ਹੁੰਦੀ ਹੈ, ਡਿਊਰੇਬਿਲਟੀ ਇਹਦੀ ਉਹ ਜ਼ਿਆਦਾ ਹੁੰਦੀ ਹੈ। ਦੇਖੋ ਨਾ ਅਸੀਂ ਸਮਾਨ ਲੈਂਦੇ ਹਾਂ ਘਰ ਜਾ ਕੇ ਫਿਰ ਉਹ ਡਸਟਬਿਨ ਦੇ ਵਿੱਚ ਲਿਫਾਫਾ ਸਿੱਟ ਦਿੰਦੇ ਹਾਂ, ਪਰ ਫਿਰ ਵੀ ਦੇਖੋ ਵੀ ਉਹਦਾ ਨੁਕਸਾਨ ਜਿਹੜਾ ਹੈ ਉਹ ਹਜ਼ਾਰਾਂ ਸਾਲਾਂ ਤੱਕ ਚੱਲਦਾ ਰਹਿੰਦਾ। ਜਦੋਂ ਅਸੀਂ ਪਲਾਸਟਿਕ ਬੈਗਸ ਦੀ ਗੱਲ ਕਰਦੇ ਹਾਂ ਇਹਨਾਂ ਦੇ ਬਹੁਤ ਸਾਰੇ ਨੁਕਸਾਨ ਹੁੰਦੇ ਨੇ। ਉਹ ਨੁਕਸਾਨ ਕਿਹੜੇ ਨੇ ਸ਼ਾਇਦ ਜਿਹੜੇ ਹੈ ਉਹ ਮਤਲਬ ਜੇ ਸੁਣ ਕੇ ਕੋਈ ਇਹ ਜਾਗ ਜਾਵੇ ਵੀ ਇਹਦੇ ਇੰਨੇ ਨੁਕਸਾਨ ਹੁੰਦੇ ਨੇ ਤੇ ਜਾਗਰੂਕ ਅੱਜ ਦਾ ਦਿਨ ਜਿਹੜਾ ਹੈਗਾ ਉਹ ਸਵਾਲਾ ਹੋ ਜਾਏ ਫਿਰ। ਬਿਲਕੁਲ ਜੀ, ਬਿਲਕੁਲ ਜੀ। ਹੁਣ ਦੇਖੋ ਜਿਹੜੇ ਪਲਾਸਟਿਕ ਬੈਗਸ ਅਸੀਂ ਯੂਜ਼ ਕਰਦੇ ਹਾਂ ਇੰਡੀਆ ਦੇ ਵਿੱਚ ਜਾਂ ਮੋਸਟ ਆਫ ਦੀ ਕੰਟਰੀਜ਼ ਇਨ ਦੀ ਵਰਲਡ ਦੇ ਵਿੱਚ, ਬਹੁਤੇ ਪਲਾਸਟਿਕ ਬੈਗ ਜਿਹੜੇ ਹੈਗੇ ਉਹਦੇ 'ਚੋਂ ਸਿੰਗਲ ਯੂਜ਼ ਪਲਾਸਟਿਕ ਉਹਨੂੰ ਅਸੀਂ ਕਹਿੰਦੇ ਹੈਗੇ ਆ ਜੀ। ਸਿੰਗਲ ਯੂਜ਼ ਪਲਾਸਟਿਕ ਦਾ ਬੈਗ ਦਾ ਮਤਲਬ ਇਹ ਹੈ ਵੀ ਇਹ ਇਹੋ ਜਿਹੇ ਲਿਫਾਫੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਇੱਕ ਵਾਰ ਵਰਤ ਕੇ ਵਾਤਾਵਰਨ ਦੇ ਵਿੱਚ ਖੁੱਲ੍ਹੇਆਮ ਜਿਹੜਾ ਹੈਗਾ ਉਹ ਸੁੱਟ ਦਿੰਦੇ ਆ, ਉਹਨਾਂ ਨੂੰ ਬਾਰ-ਬਾਰ ਯੂਜ਼ ਨਹੀਂ ਕਰਦੇ ਹੈਗੇ। ਤੇ ਜਿਵੇਂ ਮੈਂ ਹੁਣੇ ਦੱਸਿਆ ਹੈਗਾ ਵੀ 500 ਸਾਲ ਦਾ ਸਮਾਂ ਜਿਹੜਾ ਹੈਗਾ ਲੱਗਦਾ ਹੈ ਇੱਕ ਪਲਾਸਟਿਕ ਦੇ ਬੈਗ ਨੂੰ ਗਲਣ ਸੜਨ ਦੇ ਵਿੱਚ ਕੁਦਰਤੀ ਰੂਪ ਦੇ ਵਿੱਚ। ਹੁਣ ਇਹਦੇ ਨਾਲ ਕੀ ਹੈਗਾ ਹੈ ਵੀ ਜੇਕਰ 500 ਸਾਲ ਤੱਕ ਉਹ ਪਲਾਸਟਿਕ ਦਾ ਬੈਗ ਜਿਹੜਾ ਹੈਗਾ ਸਾਡੇ ਵਾਤਾਵਰਨ ਵਿੱਚ ਰਹੇਗਾ ਤੇ ਉਹਦੇ ਬਹੁਤ ਸਾਰੇ ਜਿਹੜੇ ਹੈਗੇ ਸਾਨੂੰ ਨੁਕਸਾਨ ਜਿਹੜੇ ਹੈਗੇ ਆ ਉਹ ਹੋਣਗੇ। ਹੁਣ ਇਹਨਾਂ ਨੁਕਸਾਨਾਂ ਦੇ ਵਿੱਚ ਜੇਕਰ ਦੇਖੀਏ, ਜੇਕਰ ਜਨਰਲ ਚੀਜ਼ ਦੇਖੀਏ ਤਾਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਹੈਗਾ ਵੀ ਪਲਾਸਟਿਕ ਬੈਗ ਜਿਹੜੇ ਹੈਗੇ ਆ ਇਹ ਨੋਨ ਬਾਇਓਡੀਗ੍ਰੇਡੇਬਲ ਹੈਗੇ ਆ। ਇੱਦਾਂ ਹੀ ਇਹ ਜਿਹੜੇ ਹੈਗੇ ਆ ਇਹ ਪਲਾਸਟਿਕ ਬੈਗ ਜਿਹੜੇ ਹੈਗੇ ਆ ਫੋਸਿਲ ਫਿਊਲਸ ਤੋਂ ਜਿਵੇਂ ਗੈਸ ਤੇ ਪੈਟਰੋਲੀਅਮ ਤੋਂ ਬਣਦੇ ਆ ਜਿਹੜੇ ਕਿ ਬਹੁਤ ਹੀ ਪ੍ਰੈਸ਼ੀਅਸ ਐਗਜ਼ੌਸਟੇਬਲ ਨੈਚੁਰਲ ਰਿਸੋਰਸ ਹੈ। ਅਸੀਂ ਇਹਨਾਂ ਦੀ ਵਰਤੋਂ ਪਲਾਸਟਿਕ ਬੈਗਸ ਬਣਾਉਣ ਲਈ ਕਰੀ ਜਾਂਦੇ ਪਏ ਹੈਗੇ ਆ। ਹੁਣ ਜਦੋਂ ਪਲਾਸਟਿਕ ਬੈਗਸ ਦੀ ਅਸੀਂ ਵਰਤੋਂ ਕਰਦੇ ਹੈਗੇ ਆ ਤੇ ਇਹਦੇ ਨਾਲ ਕਈ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਪ੍ਰਦੂਸ਼ਣ ਹੋ ਜਾਂਦੇ ਆ। ਹੁਣ ਪਲਾਸਟਿਕ ਬੈਗ ਜਿੱਦਾਂ ਤੁਸੀਂ ਦੱਸਿਆ ਹੈਗਾ ਡਸਟਬਿਨ ਸਿੱਟਤਾ ਅਸੀਂ ਜੀ, ਉਸੇ ਡਸਟਬਿਨ ਦੇ ਵਿੱਚ ਗਿੱਲਾ ਕੂੜਾ ਆ, ਉਸੇ 'ਚ ਪਲਾਸਟਿਕ ਦੇ ਬੈਗ ਆ, ਉਹਦੇ ਵਿੱਚ ਹੋਰ ਸਮਾਨ ਹੈ। ਉਹ ਹੁਣ ਜਿਹੜਾ ਹੈਗਾ ਆ ਚੱਕ ਕੇ ਜਿਹੜਾ ਹੈਗਾ ਬਾਹਰ ਵਿੱਚ ਅਸੀਂ ਸ਼ਹਿਰ ਦੇ ਵਿੱਚ ਦੇਖਦੇ ਹਾਂ ਥਾਂ ਦੇ ਉੱਤੇ ਕੂੜੇ ਦੇ ਢੇਰ ਲੱਗੇ ਹੋਏ ਆ ਔਰ ਢੇਰ ਦੇ ਵਿੱਚ ਪਲਾਸਟਿਕ ਦੇ ਬੈਗ ਜਿਹੜੇ ਆ ਡੰਪ ਕਰ ਦਿੱਤਾ ਜਾਂਦਾ ਹੈਗਾ ਜਾਂ ਫਿਰ ਉਹਨੂੰ ਡਰੇਨਸ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈਗਾ, ਝੀਲਾਂ ਤਲਾਬਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ, ਨਦੀਆਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈਗਾ। ਔਰ ਤੁਸੀਂ ਇਹ ਦੇਖੋ ਡਾਕਟਰ ਸਾਹਿਬ ਵੀ ਹਰ ਸਾਲ ਸਮੁੰਦਰ ਦੇ ਤਕਰੀਬਨ 10 ਲੱਖ ਜਿਹੜੇ ਜੀਵ ਨੇ ਉਹ ਮਰ ਜਾਂਦੇ ਨੇ ਸਿਰਫ ਔਰ ਸਿਰਫ ਇਹਨਾਂ ਪਲਾਸਟਿਕ ਬੈਗਸ ਦੇ ਕਰਕੇ ਜਾਂ ਫਿਰ ਬੋਤਲਾਂ ਦੇ ਕਰਕੇ। ਬਿਲਕੁਲ ਜੀ, ਫਿਰ ਵੀ ਅਸੀਂ ਜਿਹੜੇ ਹੈਗੇ ਉਹ ਸੁੱਤੇ ਰਹਿੰਦੇ ਆ। ਸੋ ਸਾਨੂੰ ਜਾਗਣਾ ਪੈਣਾ। ਬਿਲਕੁਲ ਜੀ, 100% ਜੀ, 100% ਜਾਗਣਾ ਪੈਣਾ। ਵਾਤਾਵਰਨ ਜਿਹੜਾ ਹੈ ਉਹ ਸਾਡਾ ਦੂਸ਼ਿਤ ਹੋ ਰਿਹਾ। ਵਾਤਾਵਰਨ ਤੁਹਾਨੂੰ ਪਤਾ ਹੀ ਹੈ ਕਿ ਜਿੱਥੇ ਕਿਤੇ ਫਸਲਾਂ ਨੂੰ ਨੁਕਸਾਨ ਹੋ ਰਿਹਾ ਨਾਲ ਦੇ ਨਾਲ ਸਾਡੀ ਸਿਹਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਗਿਰਾਵਟ ਆ ਰਹੀ ਆ ਕਿਉਂਕਿ ਜਦੋਂ ਅਸੀਂ ਪਲਾਸਟਿਕ ਦੇ ਲਿਫਾਫਿਆਂ ਦੇ ਵਿੱਚ ਕੋਈ ਨਾ ਕੋਈ ਖਾਣ ਵਾਲੀ ਚੀਜ਼ ਲੈ ਕੇ ਆਉਂਦੇ ਆ ਨਾ ਤੇ ਉਹ ਫਿਰ ਓਨੀ ਪੌਸ਼ਟਿਕ ਰਹਿੰਦੀ ਨਹੀਂ ਕਿਉਂਕਿ ਉਹ ਇੱਕ ਤਾਂ ਹਵਾ ਨਹੀਂ ਜਾਣੀ, ਦੂਜਾ ਵੈਸੇ ਵੀ ਤੁਹਾਨੂੰ ਪਤਾ ਵੀ ਉਹਦੀ ਜਿਹੜੀ ਪੌਸ਼ਟਿਕਤਾ ਹੈਗੀ ਉਹ ਖਤਮ ਹੁੰਦੀ ਹੋ ਜਾਂਦੀ ਆ। ਸੋ ਇਹਨੂੰ ਸਿਹਤ ਨਾਲ ਜੋੜ ਕੇ, ਇਹਨੂੰ ਵਾਤਾਵਰਨ ਨਾਲ ਜੋੜ ਕੇ, ਇਹਨੂੰ ਡਰੇਨੇਜ ਸਿਸਟਮ ਦੇ ਨਾਲ ਜੋੜ ਕੇ, ਇਹਨੂੰ ਸਾਡਾ ਜਿਹੜਾ ਸਮਾਜ ਹੈ ਉਸ ਪੂਰੇ ਦੇ ਪੂਰੇ ਸਮੁੱਚੇ ਸਮਾਜ ਨਾਲ ਜੋੜ ਕੇ ਇਹਨੂੰ ਕਿਸ ਤਰੀਕੇ ਨਾਲ ਤੁਸੀਂ ਬਿਆਨ ਕਰੋਗੇ?
ਹੁਣ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ ਵੀ ਪਲਾਸਟਿਕ ਬੈਗ ਜਿਹੜੇ ਹੈਗੇ ਆ ਅਸੀਂ ਇਹਨਾਂ ਨੂੰ ਕੂੜੇ ਦੇ ਢੇਰਾਂ ਦੇ ਉੱਤੇ ਸੁੱਟ ਦਿੰਦੇ ਆ। ਸੁੱਟ ਦਿੰਦੇ ਜਿੱਦਾਂ ਜਲੰਧਰ ਦੇ ਬਾਹਰ ਇੱਕ ਵਰਿਆਣਾ ਪਿੰਡ ਹੈ ਜਿੱਥੇ ਪੂਰੇ ਸ਼ਹਿਰ ਦਾ ਜਿਹੜਾ ਹੈਗਾ ਉਹ ਕੂੜਾ ਕਰਕਟ ਇਕੱਠਾ ਹੁੰਦਾ ਹੈਗਾ ਜੀ। ਉਸ ਕੂੜੇ ਕਰਕਟ ਦੇ ਵਿੱਚ ਜ਼ਿਆਦਾਤਰ ਜਿਹੜੇ ਹੈਗੇ ਆ ਪਲਾਸਟਿਕ ਦੇ ਲਿਫਾਫੇ ਜਿਹੜੇ ਹੈਗੇ ਸਾਨੂੰ ਮਿਲਦੇ ਆ ਤੇ ਉਹਨੂੰ ਜਦੋਂ ਅਸੀਂ ਅੱਗ ਲਗਾ ਦਿੰਦੇ ਆ ਕੂੜੇ ਦੇ ਢੇਰ ਨੂੰ ਪਲਾਸਟਿਕ ਦੇ ਬੈਗਸ ਨੂੰ ਤੇ ਉਹਦੇ ਵਿੱਚੋਂ ਬਹੁਤ ਸਾਰੀਆਂ ਜ਼ਹਿਰੀਲੀਆਂ ਗੈਸਾਂ ਜਿਹੜੀਆਂ ਨੇ ਉਹ ਬਾਹਰ ਨਿਕਲਦੀਆਂ ਹੈਗੀਆਂ। ਸਾਹ ਲੈਣਾ ਮੁਸ਼ਕਲ ਹੋ ਜਾਂਦਾ। ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈਗਾ ਔਰ ਜਦੋਂ ਉਹਦੇ ਵਿੱਚੋਂ ਮਾਈਕਰੋ ਪਲਾਸਟਿਕ ਐਲੀਮੈਂਟਸ ਜਿਹੜੇ ਹੈਗੇ ਆ ਪਾਰਟੀਕਲਸ ਹੈਗੇ ਆ ਉਹ ਵੀ ਆਕਾਸ਼ ਦੇ ਵਿੱਚ ਉੱਡ ਜਾਂਦੇ ਹੈਗੇ ਆ ਜੀ। ਹੁਣ ਜਦੋਂ ਇਹ ਜ਼ਹਿਰੀਲੀ ਗੈਸ ਜਿਹੜਾ ਹੈਗਾ ਪਸ਼ੂ ਪੰਛੀ ਜਾਂ ਮਾਨਵ ਜਿਹੜਾ ਹੈਗਾ ਲੈਂਦਾ ਹੈਗਾ ਤੇ ਉਹਨੂੰ ਨੁਕਸਾਨ ਹੋਏਗਾ। ਮੈਂ ਆਮ ਕਰਕੇ ਕਹਿੰਦਾ ਹੁੰਦਾ ਆ ਵੀ ਵੀ ਬਰੀਥ ਪਲਾਸਟਿਕ, ਵੀ ਡਰਿੰਕ ਪਲਾਸਟਿਕ, ਵੀ ਈਟ ਪਲਾਸਟਿਕ ਨਾਊਅਡੇਜ਼। ਵੀ ਅੱਜ ਕੱਲ੍ਹ ਅਸੀਂ ਜਿਹੜਾ ਹੈਗਾ ਸਾਹ ਦੇ ਨਾਲ ਵੀ ਪਲਾਸਟਿਕ ਆਪਣੇ ਅੰਦਰ ਲੈ ਕੇ ਜਾ ਰਹੇ ਹਾਂ ਜੀ। ਅਸੀਂ ਪਾਣੀ ਦੇ ਨਾਲ ਵੀ ਜਿਹੜਾ ਹੈਗਾ ਪਲਾਸਟਿਕ ਦੀਆਂ ਜਿਹੜੇ ਪਾਰਟੀਕਲਸ ਹੈਗੇ ਅੰਦਰ ਲੈ ਕੇ ਜਾ ਰਹੇ ਹੈਗੇ ਆ ਔਰ ਅਸੀਂ ਖਾਣ ਪੀਣ ਦੇ ਵਿੱਚ ਵੀ ਜਿਹੜਾ ਹੈਗਾ ਪਲਾਸਟਿਕ ਦੇ ਪਾਰਟੀਕਲਸ ਆਪਣੇ ਅੰਦਰ ਲੈ ਕੇ ਜਾ ਰਹੇ ਹਾਂ। ਹੁਣ ਸਾਹ ਦੇ ਨਾਲ ਤੁਹਾਨੂੰ ਦੱਸਿਆ ਜਿਵੇਂ ਜੋ ਅੱਗ ਲੱਗਦੀ ਹੈਗੀ ਆ ਪਲਾਸਟਿਕ ਨੂੰ ਉਹਦੇ ਨਾਲ ਪੋਇਜ਼ਨਸ ਗੈਸਿਸ ਤੇ ਪਲਾਸਟਿਕ ਦੇ ਪਾਰਟੀਕਲਸ ਅੰਦਰ ਚਲੇ ਗਏ। ਹੁਣ ਪਾਣੀ ਦੇ ਗਲਾਸ ਦੇ ਵਿੱਚ ਜਦੋਂ ਅਸੀਂ ਪਾਣੀ ਪੀਂਦੇ ਹੈਗੇ ਆ ਪਲਾਸਟਿਕ ਦਾ ਗਲਾਸ ਆ ਉਹ ਜਾਂ ਪਾਊਚਿਸ ਵਿੱਚ ਪਲਾਸਟਿਕ ਦੇ ਪਾਣੀ ਆਉਂਦਾ ਹੈਗਾ ਤੇ ਉਹਦੇ ਵਿੱਚ ਵੀ ਪਲਾਸਟਿਕ ਦੇ ਕਣ ਜਿਹੜੇ ਆ ਪਾਣੀ ਦੇ ਵਿੱਚ ਮਿਲ ਜਾਂਦੇ ਆ। ਇੱਕ ਰੀਸੈਂਟ ਸਰਵੇ ਦੇ ਅਨੁਸਾਰ 80% ਸੈਂਪਲ ਜਿਹੜੇ ਹੈਗੇ ਆ ਪਾਣੀ ਦੇ ਟੈਸਟ ਕੀਤੇ ਗਏ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਪਲਾਸਟਿਕ ਦੇ ਪਾਰਟੀਕਲਸ ਪਾਏ ਗਏ ਹੈਗੇ ਆ ਜੀ। ਹੁਣ ਜਿੱਦਾਂ ਖਾਣ ਪੀਣ ਦੀਆਂ ਆਈਟਮਸ ਅਸੀਂ ਜਿਹੜੇ ਖਾਂਦੇ ਪੀਂਦੇ ਹੈਗੇ ਆ ਤੇ ਇਹਦੇ ਵਿੱਚ ਅਸੀਂ ਦੇਖਦੇ ਹਾਂ ਵੀ ਆਮ ਕਰਕੇ ਜਦੋਂ ਅਸੀਂ ਕਿਸੇ ਹੋਟਲ ਦੇ ਉੱਤੋਂ ਜਾਂ ਢਾਬੇ ਦੇ ਉੱਤੋਂ ਖਾਣਾ ਪੈਕ ਕਰਾ ਕੇ ਲਿਆਉਂਦੇ ਆ ਤੇ ਯੂਜ਼ੂਲੀ ਉਹ ਪਲਾਸਟਿਕ ਦੇ ਬੈਗਸ ਦੇ ਵਿੱਚ ਜਿਹੜਾ ਹੈਗਾ ਉਹ ਸਬਜ਼ੀ ਵਗੈਰਾ ਜਿਹੜੀ ਹੈਗੀ ਆ ਉਹ ਪੈਕ ਕਰਕੇ ਦਿੰਦੇ ਆ। ਗਰਮ ਸਬਜ਼ੀ ਜਦੋਂ ਉਹ 'ਚ ਪਾ ਦਿੰਦੇ ਹੈਗੇ ਆ ਤੇ ਗਰਮ ਸਬਜ਼ੀ ਜਦੋਂ ਉਸ ਪਲਾਸਟਿਕ ਦੇ ਲਿਫਾਫੇ ਦੇ ਨਾਲ ਕੈਮੀਕਲੀ ਰਿਐਕਟ ਕਰਦੀ ਹੈ ਤੇ ਪਲਾਸਟਿਕ ਦੇ ਬਹੁਤ ਸਾਰੇ ਜਿਹੜੇ ਐਲੀਮੈਂਟਸ ਹੈਗੇ ਆ ਉਹ ਉਸ ਸਬਜ਼ੀ ਦੇ ਵਿੱਚ ਚਲੇ ਜਾਂਦੇ ਹੈਗੇ ਆ। ਹੁਣ ਉਹਦੇ ਨਾਲ ਕੀ ਹੁੰਦਾ ਹੈਗਾ ਵੀ ਸਾਡਾ ਖਾਣ ਪਾਣ ਸਾਰਾ ਜ਼ਹਿਰੀਲਾ ਹੋ ਗਿਆ ਜੀ। ਹੁਣ ਇਹ ਜ਼ਹਿਰੀਲੀਆਂ ਚੀਜ਼ਾਂ ਜਦੋਂ ਤੁਸੀਂ ਸਾਹ ਨਾਲ ਪਾਣੀ ਪੀਣ ਦੇ ਨਾਲ ਜਾਂ ਖਾਣ ਨਾਲ ਅੰਦਰ ਲੈ ਗਏ ਤਾਂ ਸਾਨੂੰ ਕਈ ਤਰ੍ਹਾਂ ਦੀਆਂ ਇਹਦੀਆਂ ਜਿਹੜੀਆਂ ਹੈਗੀਆਂ ਸਮੱਸਿਆਵਾਂ ਆਉਣਗੀਆਂ। ਅਸੀਂ ਨਾਲ ਦੇ ਨਾਲ ਆਪਣਾ ਵਾਤਾਵਰਨ ਵੀ ਪ੍ਰਦੂਸ਼ਣ ਕਰ ਰਹੇ ਹਾਂ। ਜਿੱਦਾਂ ਮੈਂ ਦੱਸਿਆ ਹਵਾ ਦਾ ਪ੍ਰਦੂਸ਼ਣ ਜਿਹੜਾ ਹੈਗਾ ਉਹ ਜਦੋਂ ਅੱਗ ਲਗਾਉਂਦੇ ਆ ਪਲਾਸਟਿਕ ਨੂੰ ਹੋ ਜਾਂਦਾ ਹੈਗਾ। ਉਹ ਜਿਹੜਾ ਬੈਗ ਦੇ ਵਿੱਚ ਜਿਹੜਾ ਉਹ ਪੋਲੀਥੀਨ ਦੇ ਵਿੱਚ ਚਾਹ ਲੈ ਕੇ ਆਏ ਆ ਜਾਂ ਫਿਰ ਤੁਸੀਂ ਸਬਜ਼ੀ ਲੈ ਕੇ ਆਏ ਆ ਉਹ ਸੁੱਟਣਾ ਤਾਂ ਹੈਗਾ ਹੀ ਹੈ ਨਾ। ਬਿਲਕੁਲ ਉਹਦੇ ਨਾਲ ਵਾਤਾਵਰਨ ਵੀ ਖਰਾਬ ਹੋ ਗਿਆ। ਇਹ ਕਿਤੇ ਰੀਸਾਈਕਲ ਵਗੈਰਾ ਨਹੀਂ ਹੋ ਸਕਦਾ ਜੀ? ਹੁਣ ਇਸ ਤਰ੍ਹਾਂ ਹੈ ਵੀ ਪਲਾਸਟਿਕ ਬੈਗਸ ਜਿਹੜੇ ਹੈਗੇ ਇਹਨਾਂ ਨੂੰ ਅਸੀਂ ਰੀਸਾਈਕਲ ਕਰ ਸਕਦੇ ਹਾਂ। ਅੱਛਾ ਜੀ। ਅਸੀਂ ਸੜਕਾਂ ਬਣਾ ਸਕਦੇ ਹਾਂ। ਹਾਂਜੀ ਫਿਊਲਸ ਵਗੈਰਾ ਵੀ ਬਣਾ ਸਕਦੇ ਹਾਂ। ਬਿਲਕੁਲ ਜੀ। ਹੁਣ ਪਲਾਸਟਿਕ ਬੈਗ ਰੀਸਾਈਕਲ ਕੀਤੇ ਜਾ ਸਕਦੇ ਆ ਪਰ ਟ੍ਰੈਜਡੀ ਇਹ ਹੈ ਬਹੁਤੇ ਦੇਸ਼ਾਂ ਦੇ ਵਿੱਚ ਜਿਹੜਾ ਪਲਾਸਟਿਕ ਬੈਗ ਯੂਜ਼ ਹੁੰਦੇ ਉਹ ਸਿੰਗਲ ਯੂਜ਼ ਪਲਾਸਟਿਕ ਬੈਗ ਹੈ ਤੇ ਉਹਨਾਂ ਦਾ ਨਿਪਟਾਰਾ ਪ੍ਰੋਪਰਲੀ ਢੰਗ ਦੇ ਨਾਲ ਨਹੀਂ ਕੀਤਾ ਜਾਂਦਾ। ਮਤਲਬ ਉਹਨਾਂ ਨੂੰ ਅਸੀਂ ਕਾਮਨ ਡਸਟਬਿਨ ਦੇ ਵਿੱਚ ਅਸੀਂ ਛੱਡ ਦਿੰਦੇ ਹਾਂ। ਚਾਹੀਦਾ ਤੇ ਇਹ ਹੈ ਵੀ ਪਲਾਸਟਿਕ ਦੇ ਲਿਫਾਫਿਆਂ ਵਾਸਤੇ ਜਾਂ ਪਲਾਸਟਿਕ ਦੀਆਂ ਚੀਜ਼ਾਂ ਜਿਹੜੀਆਂ ਵੇਸਟ ਹੋ ਗਈਆਂ ਉਹਦੇ ਵਾਸਤੇ ਇੱਕ ਅਲੱਗ ਕੰਟੇਨਰ ਜਿਹੜਾ ਹੈਗਾ ਅਲੱਗ ਡਸਟਬਿਨ ਜਿਹੜਾ ਲਗਾਇਆ ਜਾਵੇ ਤੇ ਉਹ ਪਲਾਸਟਿਕ ਦੇ ਲਿਫਾਫਿਆਂ ਨੂੰ ਬਾਅਦ ਵਿੱਚ ਰੀਸਾਈਕਲ ਫੈਕਟਰੀ ਦੇ ਵਿੱਚ ਪਹੁੰਚਾਇਆ ਜਾਵੇ। ਪਰ ਟੋਟਲ ਜਿਹੜਾ ਪਲਾਸਟਿਕ ਬੈਗ ਅਸੀਂ ਯੂਜ਼ ਕਰਦੇ ਹਾਂ ਉਹ ਸਿਰਫ ਉਹਦਾ 9% ਹਿੱਸਾ ਜਿਹੜਾ ਹੈਗਾ ਰੀਸਾਈਕਲਿੰਗ ਲਈ ਆਉਂਦਾ ਹੈ। ਹੁਣ ਰੀਸਾਈਕਲ ਜੇਕਰ ਅਸੀਂ ਪਲਾਸਟਿਕ ਬੈਗਸ ਨੂੰ ਕਰ ਲੈਂਦੇ ਹਾਂ ਤੇ ਇਹਦੇ ਬਹੁਤ ਲਾਹੇ ਲਏ ਜਾ ਸਕਦੇ ਆ। ਬਹੁਤ ਸਾਰੀਆਂ ਚੀਜ਼ਾਂ ਇਹਦੀਆਂ ਬਣਾਈਆਂ ਜਾ ਸਕਦੀਆਂ ਜਿਵੇਂ ਮੈਂ ਦੱਸਿਆ ਹੈਗਾ ਵੀ ਪਲਾਸਟਿਕ ਬੈਗਸ ਜਿਹੜੇ ਹੈਗੇ ਆ ਉਹ ਗੈਸ ਤੇ ਪੈਟਰੋਲੀਅਮ ਤੋਂ ਬਣਦੇ ਹੈਗੇ ਆ ਤੇ ਇਹਨੂੰ ਦੁਬਾਰਾ ਰੀਸਾਈਕਲ ਕਰਕੇ ਹੀ ਫਿਊਲ ਦੁਬਾਰਾ ਤਿਆਰ ਕੀਤਾ ਜਾ ਸਕਦਾ ਹੈ। ਪੈਟਰੋਲੀਅਮ ਇੰਧਨ ਜਿਹੜਾ ਤਿਆਰ ਕੀਤਾ ਜਾ ਸਕਦਾ ਜਿਹੜਾ ਘਰੇਲੂ ਵਰਤੋਂ ਵਿੱਚ ਜਾਂ ਉਦਯੋਗਾਂ 'ਚ ਕੀਤਾ ਜਾ ਸਕਦਾ ਹੈਗਾ ਜੀ। ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਹੈ ਵੀ ਕਈ ਜਗ੍ਹਾ ਦੇ ਉੱਤੇ ਸੜਕਾਂ ਦੇ ਨਿਰਮਾਣ ਦੇ ਵਿੱਚ ਵੀ ਰੀਸਾਈਕਲਡ ਪਲਾਸਟਿਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਮੈਨੂੰ ਹੁਣ ਯਾਦ ਹੈ ਵੀ ਤ੍ਰਿਪੁਰਾ ਦੇ ਵਿੱਚ ਐਕਸਪੈਰੀਮੈਂਟ ਬੇਸ ਦੇ ਉੱਤੇ ਇੱਕ 650 ਮੀਟਰ ਲੰਬੀ ਜਿਹੜੀ ਹੈਗੀ ਹੈ ਉਹ ਸੜਕ ਪਲਾਸਟਿਕ ਵੇਸਟ ਤੋਂ ਹੀ ਉਹਨਾਂ ਨੇ ਪੋਲੀਥੀਨ ਬੈਗਸ ਦੇ ਵੇਸਟ ਤੋਂ ਹੀ ਬਣਾਈ ਹੈਗੀ ਹੈ ਜੀ। ਹੁਣ ਇਸੇ ਤਰ੍ਹਾਂ ਜਿਹੜਾ ਪਲਾਸਟਿਕ ਵੇਸਟ ਹੈਗਾ ਇਹਨੂੰ ਅਸੀਂ ਜੇਕਰ ਰੀਸਾਈਕਲ ਕਰ ਲਈਏ ਤੇ ਇਹਦੇ ਤੋਂ ਹੋਰ ਪਲਾਸਟਿਕ ਦੀਆਂ ਵਸਤੂਆਂ ਕੋਈ ਡੈਕੋਰੇਟਿਵ ਬੈਗਸ ਵੀ ਜਿਹੜੇ ਹੈਗੇ ਆ ਬਣਾਏ ਜਾ ਸਕਦੇ ਹੈਗੇ ਆ ਵੀ ਇਹਨੂੰ ਵਾਤਾਵਰਨ 'ਚ ਖੁੱਲ੍ਹੇਆਮ ਸੁੱਟਣ ਦੀ ਬਜਾਏ ਜੇਕਰ ਇਹਨੂੰ ਅਸੀਂ ਰੀਸਾਈਕਲ ਕਰੀਏ ਇਹਨੂੰ ਅਸੀਂ ਰੀਯੂਜ਼ ਕਰੀਏ ਲਗਾਤਾਰ ਤੇ ਇਹਦੀ ਵਰਤੋਂ ਜਿਹੜੀ ਹੈਗੀ ਆ ਲਗਾਤਾਰ ਘਟਾਉਂਦੇ ਜਾਈਏ ਆਪਣੇ ਲੈਵਲ ਤੇ ਤਾਂ ਹੀ ਸਾਡਾ ਵਾਤਾਵਰਨ ਜਿਹੜਾ ਹੈਗਾ ਠੀਕ ਰਹਿ ਸਕਦਾ ਹੈ। ਬਿਲਕੁਲ ਜੀ। ਜਦੋਂ ਨਾ ਅਸੀਂ ਬੀਚ ਉੱਤੇ ਜਾਂਦੇ ਹਾਂ ਉੱਥੇ ਜਾ ਕੇ ਉਹ ਬੈਗਸ ਉੱਥੇ ਸੁੱਟ ਦਿੰਦੇ ਆ। ਕਈ ਵਾਰੀ ਡੰਪਿੰਗ ਕਰਦੇ ਹੈਗੇ ਉੱਥੇ ਸੁੱਟ ਦਿੰਦੇ ਆ। ਫਿਰ ਜਾਨਵਰ ਖਾਂਦੇ ਨੇ ਪਸ਼ੂ ਪੰਛੀ। ਜਦੋਂ ਉਹਨਾਂ ਦਾ ਪੋਸਟਮਾਰਟਮ ਕੀਤਾ ਜਾਂਦਾ ਉਹਨਾਂ ਦੇ ਢਿੱਡਾਂ ਦੇ ਵਿੱਚੋਂ ਲਿਫਾਫੇ ਨਿਕਲਦੇ ਨੇ ਤੇ ਉਹ ਸਾਹ ਘੁੱਟਣ ਦੇ ਨਾਲ ਜਿਹੜੇ ਹੈਗੇ ਮਰੇ ਹੁੰਦੇ ਨੇ। ਉਸ ਵੇਲੇ ਬੜਾ ਮਨ ਨੂੰ ਦੁੱਖ ਹੁੰਦਾ ਵੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇ ਕੇ ਕੀ ਜਾਣਾ ਆ। ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਖਤਰਾ ਹੋ ਗਿਆ ਕਿਉਂਕਿ ਉਹਨਾਂ ਨੇ ਇਹ ਦੇਖ ਹੀ ਨਹੀਂ ਸਕਣਾ ਕਿ ਇਹ ਵੀ ਇਸ ਪ੍ਰਜਾਤੀ ਦੇ ਵੀ ਪੰਛੀ ਹੁੰਦੇ ਸੀ ਸਾਡੇ ਕੋਲ, ਇਸ ਪ੍ਰਜਾਤੀ ਦੇ ਵੀ ਪਸ਼ੂ ਹੁੰਦੇ ਸੀਗੇ ਸਾਡੇ ਕੋਲ। ਸੋ ਬੜੀ ਵੱਡੀ ਇੱਕ ਤਰਾਸਦੀ ਵਾਲੀ ਗੰਭੀਰ ਸਮੱਸਿਆ ਬਣੀ ਹੋਈ ਹੈ। ਸੋ ਇਸ ਸਮੱਸਿਆ ਦਾ ਹੱਲ
ਆਪਾਂ ਅੱਜ ਹੋ ਸਕਦਾ ਵੀ ਆਪਾਂ ਤਕਰੀਬਨ ਇਸ ਯੋਗਦਾਨ ਦੇ ਵਿੱਚ 50% ਜਿਹੜਾ ਹੈਗਾ ਹਿੱਸਾ ਪਾ ਦਈਏ, ਪਰ ਕੀ ਤੁਸੀਂ ਮੰਨਦੇ ਆ ਵੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਖਤਰਾ ਹੈ, ਬਣਿਆ ਹੋਇਆ ਹੈ? ਬਿਲਕੁਲ ਗਗਨਦੀਪ ਜੀ, ਜਿੱਦਾਂ ਤੁਸੀਂ ਦੱਸਿਆ ਹੈਗਾ ਵੀ ਹੁਣ ਕੂੜੇ ਦੇ ਡੰਪ ਹੈ, ਅਸੀਂ ਆਮ ਹੀ ਸ਼ਹਿਰਾਂ ਦੇ ਵਿੱਚ ਦੇਖਦੇ ਹਾਂ ਸੜਕਾਂ ਦੇ ਉੱਤੇ ਵੀ ਕੂੜੇ ਦੇ ਡੰਪ ਦੇ ਉੱਤੇ ਅਵਾਰਾ ਜਾਨਵਰ ਜਿਹੜੇ ਹੈਗੇ ਆ ਉਹ ਕੂੜੇ ਡੰਪ 'ਤੇ ਜੋ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਲੱਭਦੇ ਹੈਗੇ, ਖਾਂਦੇ ਆ ਜੀ। ਆਮ ਕਰਕੇ ਸਾਡੇ ਘਰਾਂ ਦੇ ਵਿੱਚ ਗ੍ਰਹਿਣੀਆਂ ਦੀ ਇਹ ਆਦਤ ਹੈ ਵੀ ਜਦੋਂ ਪਲਾਸਟਿਕ ਦੇ ਲਿਫਾਫੇ 'ਚੋਂ ਖਾਣ ਪੀਣ ਵਾਲੀ ਕੋਈ ਵਾਧੂ ਚੀਜ਼ ਜਿਹੜੀਆਂ ਹੈਗੀਆਂ ਛਿਲਕੇ ਵਗੈਰਾ ਸਬਜ਼ੀਆਂ ਦੇ ਫਲਾਂ ਦੇ ਰੱਖਦੇ ਆ ਤਾਂ ਉਹ ਪਲਾਸਟਿਕ ਦੇ ਲਿਫਾਫੇ ਨੂੰ ਉੱਪਰੋਂ ਬੰਦ ਕਰਕੇ ਜਿਹੜਾ ਹੈਗਾ ਉਹ ਸੁੱਟਦੇ ਆ ਜੀ। ਹੁਣ ਜਾਨਵਰ ਦੇ ਕੋਲ ਹੱਥ ਤਾਂ ਹੈ ਨਹੀਂ ਉਸ ਲਿਫਾਫੇ ਨੂੰ ਖੋਲ੍ਹੇ। ਹੁਣ ਕਈ ਵਾਰ ਕੀ ਹੁੰਦਾ ਹੈਗਾ, ਉਹ ਜਾਨਵਰ ਜਿਹੜਾ ਹੈਗਾ ਲਿਫਾਫੇ ਸਮੇਤ ਹੀ ਜਿਹੜਾ ਹੈਗਾ ਹੈ ਉਹ ਜਿਹੜਾ ਚੀਜ਼ ਹੈਗੀ ਆ ਉੱਥੇ ਕੂੜੇ ਕਰਕਟ ਦੇ ਵਿੱਚ ਉਹਨੂੰ ਖਾ ਲੈਂਦਾ ਹੈਗਾ। ਵੈਸੇ ਵੀ ਜਦੋਂ ਉਹ ਚੁੰਝਾ ਮਾਰਦਾ ਤੇ ਉਹ ਪਲਾਸਟਿਕ ਅੰਦਰ ਜਾਏਗਾ, ਠੀਕ ਹੈ ਨਾ ਜੀ। ਹੁਣ ਜਦੋਂ ਅਸੀਂ ਜੇ ਇਹਨਾਂ ਦੀ ਡੈਥ ਹੋ ਜਾਂਦੀ ਹੈਗੀ ਆ, ਆਮ ਕਰਕੇ ਅਸੀਂ ਦੇਖਦੇ ਹਾਂ ਵੀ ਇਹਨਾਂ ਜਿਹੜੀਆਂ ਅੰਤੜੀਆਂ ਹੈਗੀਆਂ ਨੇ ਪੇਟ ਦੇ ਅੰਦਰ ਉਹ ਪਲਾਸਟਿਕ ਦੇ ਨਾਲ ਬਲੌਕ ਹੋ ਜਾਂਦੀਆਂ ਹੈਗੀਆਂ ਨੇ। ਹੁਣ ਇੱਦਾਂ ਹੀ ਅਸੀਂ ਸਮੁੰਦਰ ਦੇ ਜੀਵ ਜੰਤੂਆਂ ਦੀ ਗੱਲ ਕਰਦੇ ਹਾਂ, ਮਤਲਬ ਕਿ ਜਿਹੜਾ ਸਮੁੰਦਰਾਂ ਦੇ ਨਾਲ ਜਿਹੜਾ ਹੈਗਾ ਕੂੜਾ ਕਰਕਟ ਅਸੀਂ ਦੇਖਦੇ ਹੈਗੇ ਆ, ਉਹਦਾ 80% ਕੂੜਾ ਕਰਕਟ ਗਗਨਦੀਪ ਜੀ ਉਹ ਪਲਾਸਟਿਕ ਦੇ ਲਿਫਾਫੇ ਜਾਂ ਪਲਾਸਟਿਕ ਵੇਸਟ ਦਾ ਹੀ ਹੁੰਦਾ ਹੈ। ਤੇ ਲਗਭਗ ਹਰ ਸਾਲ 10 ਮਿਲੀਅਨ ਟਨ ਜਿਹੜਾ ਹੈਗਾ ਉਹ ਕੂੜਾ ਕਰਕਟ ਅਸੀਂ ਸਮੁੰਦਰਾਂ ਨੂੰ ਸੁੱਟਦੇ ਪਏ ਹੈਗੇ ਆ ਪਲਾਸਟਿਕ ਵਾਲਾ। ਗਲਤੀ ਸਾਰੀ ਸਾਡੀ ਹੈ, ਗਲਤੀ ਸਾਰੀ ਸਾਡੀ ਹੈਗੀ ਆ। ਪਹਿਲਾਂ ਬੀਚਿਸ ਦੇ ਉੱਤੇ ਰੇਤ ਹੁੰਦੀ ਸੀਗੀ, ਭੁਗਤ ਦੇ ਵਿਚਾਰੇ ਉਹ ਆ ਜਿਹੜੀਆਂ ਮੱਛੀਆਂ ਨੇ ਜਾਂ ਫਿਰ ਜਿਹੜੇ ਜਾਨਵਰ ਨੇ ਉੱਥੇ। ਬਿਲਕੁਲ ਬਿਲਕੁਲ। ਹੁਣ ਬੀਚ ਦੇ ਉੱਤੇ ਸਾਨੂੰ ਕੀ ਮਿਲਦਾ ਪਿਆ ਹੈਗਾ, ਕੂੜਾ ਕਰਕਟ ਪਲਾਸਟਿਕ ਦੇ ਲਿਫਾਫੇ ਮਿਲਦੇ ਪਏ ਹੈਗੇ ਆ ਜੀ। ਹੁਣ ਪੈਸੀਫਿਕ ਓਸ਼ਨ ਦੇ ਵਿੱਚ ਤਾਂ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਸਾਨੂੰ ਕੂੜਾ ਕਰਕਟ ਦੇ ਪਲਾਸਟਿਕ ਦੇ ਵੱਡੇ ਵੱਡੇ ਪਹਾੜ ਦਿਖਾਈ ਦਿੰਦੇ ਆ। ਹੁਣ ਸਮੁੰਦਰਾਂ ਦੇ ਵਿੱਚ ਜਿਹੜੀ ਹੈ ਆਪਣੇ ਮੱਛਲੀ ਹੈ ਜਾਂ ਹੋਰ ਲਾਈਫ ਹੈਗੀ ਹੈ, ਉਹ ਕੀ ਕਰਦੀ ਹੈ, ਪਲਾਸਟਿਕ ਦੇ ਲਿਫਾਫਿਆਂ ਨੂੰ ਕਈ ਵਾਰੀ ਉਹ ਆਪਣੀ ਖੁਰਾਕ ਸਮਝ ਲੈਂਦੀ ਹੈ। ਜੈਲੀ ਫਿਸ਼ ਹੈ ਜਿਵੇਂ, ਤੇ ਉਹ ਗਲਤੀ ਨਾਲ ਉਹਨਾਂ ਨੂੰ ਖਾ ਲੈਂਦੇ ਹੈਗੇ ਆ। ਤੇ ਗਲਤੀ ਨਾਲ ਤੋਂ ਖਾ ਲੈਣਗੇ ਤੇ ਉਹਨਾਂ ਦੇ ਪੇਟ ਦੇ ਵਿੱਚ ਇੰਟੈਸਟਾਈਨ ਦੇ ਵਿੱਚ ਜਾ ਕੇ ਉਹ ਜਿਹੜਾ ਹੈਗਾ ਹੈ ਉਹ ਨੁਕਸਾਨ ਪੈਦਾ ਕਰਨਗੇ। ਤੇ ਨੁਕਸਾਨ ਦੇ ਨਾਲ ਜਿਹੜਾ ਹੈਗਾ ਹੈ ਉਹ ਅੱਗੇ ਜਿਹੜਾ ਹੈਗਾ ਉਹ ਤਾਂ ਹਰਜਾਨਾ ਭੁਗਤਣਾ। ਅੱਛਾ ਡਾਕਟਰ ਸਾਹਿਬ, ਇਹਨਾਂ ਦਾ ਕੋਈ ਬਦਲ ਨਹੀਂ ਹੈ? ਪਲਾਸਟਿਕ ਬੈਗਸ ਦੀ ਜਗ੍ਹਾ ਆਪਾਂ ਕੁਝ ਹੋਰ ਚੀਜ਼ ਬਦਲ ਸਕੀਏ? ਬਹੁਤ ਅੱਛਾ ਸਵਾਲ ਗਗਨ ਜੀ ਤੁਸੀਂ ਕੀਤਾ ਹੈਗਾ ਵੀ ਹਰ ਇੱਕ ਚੀਜ਼ ਦਾ ਬਦਲ ਹੁੰਦਾ ਹੈ ਜੇ ਅਸੀਂ ਧਿਆਨ ਦੇ ਨਾਲ ਸੋਚੀਏ ਤਾਂ ਜੀ। ਹੁਣ ਪਲਾਸਟਿਕ ਬੈਗ ਦਾ ਬਦਲ ਜਿਹੜਾ ਹੈਗਾ, ਜੇ ਅਸੀਂ ਪੁਰਾਣੇ ਸਮੇਂ 'ਚ ਚੱਲੀਏ ਅੱਜ ਤੋਂ 30-40 ਸਾਲ ਪਹਿਲਾਂ ਦੀ, ਜਿਵੇਂ ਮੈਂ ਆਪਣੀ ਮਾਂ ਜੀ ਦੀ ਗੱਲ ਕਰਦਾ ਹਾਂ ਵੀ ਉਹ ਜਦੋਂ ਵੀ ਮਾਰਕੀਟ ਵਿੱਚ ਕੋਈ ਚੀਜ਼ ਲੈਣ ਜਾਂਦੇ ਸੀਗੇ ਤੇ ਉਹ ਥੈਲਾ ਲੈ ਕੇ ਜਾਂਦੇ ਸੀ ਕੱਪੜੇ ਦਾ, ਜਾਂ ਅਸੀਂ ਸਕੂਲਾਂ 'ਚ ਜਾਂਦੇ ਸੀਗੇ ਤੇ ਪੁਰਾਣੀਆਂ ਜੀਨਾਂ ਦੇ ਜਿਹੜੇ ਹੈਗੇ ਆ ਉਹ ਬੈਗ ਬਣਾ ਕੇ ਲੈ ਕੇ ਜਾਂਦੇ ਹੁੰਦੇ ਸੀਗੇ, ਕਿਤਾਬਾਂ ਪਾ ਕੇ ਉਹਦੇ ਵਿੱਚ। ਹੁਣ ਅਸੀਂ ਕੱਪੜੇ ਦੇ ਥੈਲੇ ਜਿਹੜੇ ਵਰਤੀਏ, ਕਾਗਜ਼ ਦੇ ਜਿਹੜੇ ਹੈਗੇ ਆ ਉਹ ਲਿਫਾਫੇ ਵਰਤੀਏ। ਜੂਟ ਬੈਗ ਬਹੁਤ ਅੱਛਾ ਇਹਦਾ ਬਦਲ ਹੈਗਾ ਆ, ਕੈਨਵਸ ਬੈਗਸ ਦੇ ਵਰਤੇ ਜਾ ਸਕਦੇ ਹੈਗੇ ਆ। ਹੁਣ ਇਹ ਜੂਟ ਜਿਹੜਾ ਹੈਗਾ ਇਹ ਅੱਛਾ ਆਈਟਮ ਵੀ ਹੈਗੀ ਆ, ਦੇਖਣ ਨੂੰ ਵੀ ਅੱਜ ਕੱਲ੍ਹ ਤੁਸੀਂ ਦੇਖੋ ਵੀ ਬਹੁਤ ਸਾਰੇ ਲੋਕ ਜਿਹੜੇ ਪੜ੍ਹੇ ਲਿਖੇ ਸਮਾਜ ਦੇ ਵਿੱਚ ਲੇਡੀਜ਼ ਤੇ ਜੈਂਟਸ ਜਿਹੜੇ ਇੰਪਲੋਇਡ ਹੈਗੇ ਆ ਉਹ ਜੂਟ ਬੈਗ ਜਿਹੜੇ ਹੈਗੇ ਆ ਉਹ ਆਪਣੇ ਵਰਕ ਪਲੇਸ ਦੇ ਉੱਤੇ ਲੈ ਕੇ ਜਾਂਦੇ ਹੈਗੇ ਆ, ਜਿਹਦਾ ਵਾਤਾਵਰਨ ਨੂੰ ਨੁਕਸਾਨ ਨਹੀਂ ਹੈਗਾ। ਪਰ ਕਈ ਵਾਰੀ ਅਸੀਂ ਫੈਸ਼ਨ ਦੇ ਕਰਕੇ ਤੇ ਬਹੁਤਾ ਜ਼ਿਆਦਾ ਜਿਹੜਾ ਹੈਗਾ ਨਾ ਜੀ ਉਹ ਕੈਰੀ ਕਰਨਾ, ਜਿੱਦਾਂ ਬੈਗ ਆ ਨਾ ਦੂਸਰਾ ਜੂਟ ਦਾ, ਤੇ ਉਹਨੂੰ ਆਪਾਂ ਤਰਜੀਹ ਨਹੀਂ ਦਿੰਦੇ, ਬਹੁਤਾ ਜ਼ਿਆਦਾ ਇਗਨੋਰ ਕਰ ਦਿੰਦੇ ਹਾਂ। ਚੱਲ ਛੱਡ ਯਾਰ, ਉੱਥੇ ਕੀ ਕਿਲੋ ਚੀਜ਼ ਲਿਆਉਣੀ ਹੈਗੀ ਆ, ਪੋਲੀਥੀਨ ਦਾ ਲਿਫਾਫਾ ਲੈਵਾਂਗੇ। ਸੋ ਦੇਖੋ ਸਰਕਾਰੀ ਤੌਰ ਦੇ ਉੱਤੇ, ਸਰਕਾਰੀ ਪੱਧਰ ਦੇ ਉੱਤੇ ਤਾਂ ਜਿਹੜੀਆਂ ਹੈਗੇ ਨਾ ਉਪਰਾਲੇ ਕੀਤੇ ਜਾ ਰਹੇ ਆ, ਪਰ ਸਾਨੂੰ ਸਮਾਜਿਕ ਪੱਧਰ 'ਤੇ ਵੀ ਚਾਹੀਦਾ ਕਿ ਅਸੀਂ ਕੁਛ ਨਾ ਕੁਛ ਜਾਂ ਤਾਂ ਇਹਦੀ ਜਗ੍ਹਾ ਕੋਈ ਨਾ ਕੋਈ, ਜਿੱਦਾਂ ਝੋਲਾ ਲੈ ਲਿਆ, ਪੱਕਾ ਰੱਖ ਲਿਆ ਘਰ ਦੇ ਵਿੱਚ। ਇਹ ਛੋਟੀਆਂ ਜਿਹੜੀਆਂ ਹੈਗੀਆਂ ਨੁਸਖੇ 'ਚ ਸਾਨੂੰ ਦੱਸੋ ਕਿ ਆਪਾਂ ਕਿਸ ਤਰੀਕੇ ਦੇ ਨਾਲ ਇਹ ਅੱਜ ਦਾ ਦਿਨ ਜਿਹੜਾ ਹੈਗਾ ਉਹਦੇ ਵਿੱਚ ਆਪਾਂ ਯੋਗਦਾਨ ਪਾ ਸਕੀਏ, ਪਲਾਸਟਿਕ ਬੈਗਸ ਜਿਹੜੇ ਹੈਗੇ ਉਹਨਾਂ ਨੂੰ ਘੱਟ ਕਰ ਸਕੀਏ। ਨਾ ਗਗਨ ਜੀ, ਬਹੁਤ ਅੱਛਾ ਸਵਾਲ ਹੈ ਤੁਹਾਡਾ ਵੀ ਪ੍ਰੋਬਲਮ ਹੈ ਤੇ ਇਹਨੂੰ ਅਸੀਂ ਜਿਹੜਾ ਹੈਗਾ ਇਹਦਾ ਸੋਲੂਸ਼ਨ ਕਿੱਦਾਂ ਲੱਭਣਾ ਹੈਗਾ ਜੀ। ਤੇ ਅੱਜ ਦਾ ਜਿਹੜਾ ਦਿਨ ਹੈਗਾ 3 ਜੁਲਾਈ ਨੂੰ ਜਿਹੜਾ ਹੈਗਾ ਪਲਾਸਟਿਕ ਬੈਗ ਫ੍ਰੀ ਡੇ ਅਸੀਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਨਾਉਂਦੇ ਪਏ ਹੈਗੇ ਹਾਂ। ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਬਿਹੇਵੀਅਰ ਦੇ ਵਿੱਚ ਚੇਂਜ ਲਿਆਉਣੀ ਪਊਗੀ ਜੀ। ਠੀਕ ਹੈ, ਬਿਹੇਵੀਅਰ ਦੇ ਵਿੱਚ ਇਹ ਹੈ ਵੀ ਸਿੰਪਲ ਲਿਵਿੰਗ ਤੇ ਹਾਈ ਥਿੰਕਿੰਗ ਜਿਹੜੀ ਹੈਗੀ ਹੈ ਜਿਹਦੀ ਅਸੀਂ ਅਪਰੋਚ ਮੰਨਦੇ ਹਾਂ ਵੀ ਸਾਨੂੰ ਸ਼ਰਮ ਨਹੀਂ ਕਰਨੀ ਚਾਹੀਦੀ ਵੀ ਜੇਕਰ ਅਸੀਂ ਕੱਪੜੇ ਦਾ ਥੈਲਾ ਮਾਰਕੀਟ ਦੇ ਵਿੱਚ ਸਮਾਨ ਲੈਣ ਲਈ ਲੈ ਕੇ ਜਾਂਦੇ ਹੈਗੇ ਹਾਂ। ਜੂਟ ਬੈਗ ਵੀ ਅੱਜ ਕੱਲ੍ਹ ਇੱਦਾਂ ਦੇ ਆ ਗਏ ਹੈਗੇ ਆ ਜਿਨ੍ਹਾਂ ਨੂੰ ਅਸੀਂ ਕਾਟਨ ਤੇ ਜੂਟ ਦੇ ਵਿੱਚ ਮਿਕਸ ਜਿਹੜਾ ਹੈਗਾ ਉਹ ਵਰਤਦੇ ਹੈਗੇ ਆ ਜੀ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਪਲਾਸਟਿਕ ਬੈਗਸ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਜਾਨਵਰਾਂ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਵਾਤਾਵਰਣ ਦੀ, ਡਰੇਨੇਜ ਸਿਸਟਮ ਦੀ, ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਕਿ ਆ ਰਹੀਆਂ ਨੇ ਔਰ ਉਹ ਸਮੱਸਿਆਵਾਂ ਨੂੰ ਹੱਲ ਕਰਨਾ ਇਹ ਸਾਡਾ ਫਰਜ਼ ਬਣਦਾ। ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਅਸੀਂ ਰਾਹ ਦਸੇਰੇ ਬਣਨਾ ਆ, ਰਾਹ ਜਿਹੜਾ ਹੈਗਾ ਉਹਨਾਂ ਨੂੰ ਦੱਸਣਾ ਪੈਣਾ। ਅਸੀਂ ਟੋਕਾ ਟਾਕੀ ਜਿਹੜੀ ਹੈਗੀ ਆ
ਉਹ ਹਰ ਗੱਲ ਦੇ ਵਿੱਚ ਕਰਦੇ ਆ ਯਾਰ ਨਹੀਂ ਲੈ ਕੇ ਜਾਣਾ। ਸਾਡਾ ਫੈਸ਼ਨ ਜਿਹੜਾ ਹੈਗਾ ਉਹ ਬਣ ਗਿਆ ਕਿ ਅਸੀਂ ਘਰੋਂ ਕੁਝ ਨਹੀਂ ਲੈ ਕੇ ਜਾਂਦੇ, ਬੜੇ ਟੌਰ ਨਾਲ ਤੁਰ ਕੇ ਜਾਂਦੇ ਆ, ਪਲਾਸਟਿਕ ਬੈਗਸ ਲੈ ਆਉਂਦੇ ਆ। ਉਹਨਾਂ ਦਾ ਨੁਕਸਾਨ ਜਿਹੜਾ ਹੈਗਾ ਉਹ ਸਾਨੂੰ ਹੋ ਰਿਹਾ। ਬਾਕੀ ਡਾਕਟਰ ਸਾਹਿਬ ਤੁਹਾਨੂੰ ਪਤਾ ਵੀ ਜੇ ਧਰਤੀ ਦਾ ਜਿਹੜਾ ਹੈਗਾ ਨਾ ਪੂਰੇ ਦਾ ਪੂਰਾ ਘੇਰਾ ਬਣਾ ਲਿਆ ਜਾਵੇ ਤੇ ਕਾਰ ਉੱਤੇ ਬਹਿ ਜਾਈਏ ਤਾਂ 40,000 ਤੇ 73 ਕਿਲੋਮੀਟਰ ਬਣਦਾ ਪੂਰੇ ਦਾ ਪੂਰਾ ਘੇਰਾ, ਤੇ ਉਹਨਾਂ ਜਿਹੜਾ ਹੈਗਾ ਸਫ਼ਰ ਸਾਨੂੰ ਤੈਅ ਕਰਨਾ ਪੈਣਾ। ਤੇ ਰੇਸ਼ੀਓ ਆਪਾਂ ਜੇ ਪਾਣੀ ਦੀ ਤੇ ਜ਼ਮੀਨ ਦੀ ਕੱਢ ਲਈਏ ਉਹ ਤੁਸੀਂ ਬਖੂਬੀ ਜਾਣਦੇ ਮੇਰੇ ਤੋਂ ਜ਼ਿਆਦਾ, ਉਹ ਮੇਰਾ ਖਿਆਲ 71 ਦੀ 29 ਦੀ ਤੇ ਉਨੀ ਜਿਹੜੀ ਰੇਸ਼ੀਓ ਹੈਗੀ ਆ ਸਾਡੇ ਕੋਲ। ਸਿਰਫ ਅਸੀਂ ਪਾਣੀ ਨੂੰ ਵੀ ਦੂਸ਼ਿਤ ਕਰ ਰਹੇ ਹਾਂ। ਬਿਲਕੁਲ ਜੀ, ਹੈ ਨਾ ਜੀ। ਪਲਾਸਟਿਕ ਬੈਗਸ ਦੇ ਕਰਕੇ ਪਾਣੀ ਵੀ ਦੂਸ਼ਿਤ ਹੋ ਰਿਹਾ, ਜਾਨਵਰ ਵੀ ਦੂਸ਼ਿਤ ਹੋ ਰਹੇ ਨੇ ਔਰ ਵਾਤਾਵਰਨ ਵੀ ਦੂਸ਼ਿਤ ਹੋ ਰਿਹਾ। ਹੁਣ ਤੁਸੀਂ ਦੱਸੋ ਵੀ ਅੱਜ ਦੇ ਦਿਨ ਨੂੰ ਮਨਾਉਣ ਦਾ ਸਾਡਾ ਜਿਹੜਾ ਹੈ ਨਾ ਉਹ ਮਤਲਬ ਸਾਰਥਕ ਹੋ ਜਾਏ ਤੇ ਕੀ ਜਿਹੜੇ ਹੈਗੇ ਆ ਸਮਾਜਿਕ ਪੱਧਰ ਤੇ ਘਰੇਲੂ ਪੱਧਰ ਦੇ ਉੱਤੇ ਸਾਨੂੰ ਯਤਨ ਕਰਨੇ ਚਾਹੀਦੇ ਆ ਕਿ ਅੱਜ ਦਾ ਦਿਨ ਜਿਹੜਾ ਹੈਗਾ ਉਹ ਸਾਡੇ ਵਾਸਤੇ ਵਧੀਆ ਹੋ ਜਾਵੇ ਵੀ ਹਾਂ ਅਸੀਂ ਵੀ ਕੁਝ ਬਣਦਾ ਯੋਗਦਾਨ ਪਾਇਆ। ਜਿੱਦਾਂ ਕਮ ਸੇ ਕਮ ਅੱਜ ਅਸੀਂ ਇਹ ਜਿਹੜਾ ਹੈਗਾ ਮੰਨ ਕੇ ਚੱਲੀਏ ਵੀ ਮੈਂ ਅੱਜ ਦਾ ਦਿਨ ਜਿਹੜਾ ਹੈਗਾ ਘੱਟੋ ਘੱਟ ਜਿਹੜਾ ਹੈਗਾ ਪਲਾਸਟਿਕ ਬੈਗ ਨਹੀਂ ਵਰਤਣਾ ਜੀ। ਜੇ ਘਰ ਦੇ 7 ਜੀ ਹੈਗੇ ਆ, 7 ਜੀ ਮਾਰਕੀਟ ਦੇ ਵਿੱਚ ਜਾ ਰਹੇ ਆ ਤੇ ਘਰੋਂ ਥੈਲਾ ਲੈ ਕੇ ਜਾਣ ਸਮਾਨ ਲੈ ਕੇ ਆਉਣ ਲਈ। ਹੁਣ ਇੱਕ ਤਾਂ ਇਹ ਚੀਜ਼ ਹੈਗੀ ਆ, ਦੂਸਰਾ ਅਸੀਂ 3 R's ਕਹਿੰਦੇ ਆਪਾਂ, ਰਿਡਿਊਸ, ਰੀਯੂਜ਼ ਤੇ ਰੀਨਿਊ ਜਾਂ ਰੀਸਾਈਕਲ ਕਰਨਾ ਉਹਨਾਂ ਨੂੰ। ਠੀਕ ਹੈ ਜੀ। ਹੁਣ ਪਲਾਸਟਿਕ ਦੇ ਬੈਗਾਂ ਦੀ ਵਰਤੋਂ ਘੱਟ ਕਰੀਏ ਆਪਾਂ। ਹੁਣ ਇਹ ਹੈ ਵੀ ਨਾਲੋਂ ਨਾਲ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਜਿਹੜਾ ਐਜੂਕੇਸ਼ਨਲ ਕੰਪੇਨਸ ਲਈਏ, ਲੋਕਾਂ ਨੂੰ ਚੇਤਨ ਕਰੀਏ ਵੀ ਪਲਾਸਟਿਕ ਬੈਗ ਦੇ ਕੀ ਨੁਕਸਾਨ ਹੈਗੇ ਆ। ਹੁਣ ਜਿਹੜੇ ਵਰਕ ਪਲੇਸ ਦੇ ਉੱਤੇ ਕਹਿੰਦੇ ਡਿਫਰੈਂਟ ਇੰਸਟੀਚਿਊਟਸ ਹੈਗੇ ਆ ਜਾਂ ਆਰਗੇਨਾਈਜੇਸ਼ਨਸ ਹੈਗੀਆਂ ਨੇ, ਮੈਂ ਸੋਚਦਾ ਹੁੰਦਾ ਵੀ ਜੇਕਰ ਇਹ ਇੰਸਟੀਚਿਊਟਸ ਆਰਗੇਨਾਈਜੇਸ਼ਨਸ ਆਪਣੇ EMPLOYEES ਵਾਸਤੇ ਜੂਟ ਬੈਗ ਜਾਂ ਸੂਤੀ ਕੱਪੜੇ ਦੇ ਬੈਗ ਤਿਆਰ ਕਰ ਲੈਣ ਜੀ ਤੇ ਆਪਣੇ EMPLOYEES ਦੇ ਵਿੱਚ ਜਾਂ ਲੋਕਾਂ ਦੇ ਵਿੱਚ ਵੰਡ ਦੇਣ, ਇੱਕ ਤਾਂ ਇਹਨਾਂ ਦੀ ਆਪਣੀ ਮਸ਼ਹੂਰੀ ਹੁੰਦੀ ਹੈਗੀ ਹੈ ਤੇ ਨਾਲੋਂ ਨਾਲ ਲੋਕੀ ਦੇਖ ਕੇ ਵੀ ਜਿਹੜੇ ਹੈਗੇ ਤੋਂ ਜਾਗਰੂਕ ਹੁੰਦੇ ਆ ਵੀ ਸਾਨੂੰ ਕੱਪੜੇ ਦੇ ਜਾਂ ਜੂਟ ਦੇ ਬੈਗ ਜਿਹੜੇ ਹੈਗੇ ਆ ਉਹ ਵਰਤਣੇ ਚਾਹੀਦੇ ਹੈਗੇ ਜੀ। ਸਕੂਲਾਂ ਦੇ ਵਿੱਚ ਨਿਆਣੇ ਕਈ ਵਾਰੀ ਰੋਟੀ ਜਿਹੜੀ ਹੈਗੀ ਉਹ ਇਦਾਂ ਦੇ ਲਿਫਾਫਿਆਂ 'ਚ ਪਾ ਕੇ ਜਾਂਦੇ, ਮਾਵਾਂ ਜਿਹੜੀਆਂ ਦਿੰਦੀਆਂ ਨੇ। ਬਿਲਕੁਲ 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 ਬਿਲਕੁਲ, ਮਤਲਬ ਕਿ ਉਹ ਅਨੁਭਵ ਹੈਗੇ ਆ, ਇਨੋਸੈਂਸ ਹੈਗੀ ਹੈ ਵੀ ਅਸਲ 'ਚ ਉਹਨਾਂ ਨੂੰ ਜਾਗ੍ਰਿਤੀ ਬਹੁਤ ਜ਼ਰੂਰੀ ਹੈ। ਇਸੇ ਲਈ ਅੱਜ ਦਾ ਦਿਨ ਜਿਹੜਾ ਹੈਗਾ ਲੋਕਾਂ ਨੂੰ ਜਾਗਰਤ ਕੀਤਾ ਜਾਂਦਾ ਹੈ। ਹੈਦਰਾਬਾਦ ਦੇ ਵਿੱਚ ਨਾ ਇੱਕ ਮੂਵਮੈਂਟ ਪਿੱਛੇ ਜੇ ਮੈਂ ਪੜ੍ਹਦਾ ਪਿਆ ਸੀਗਾ ਵੀ ਉਹਨਾਂ ਨੇ ਨਾ ਉੱਥੇ ਜਿੱਦਾਂ ਅਸੀਂ ਸਿਰਾਂ ਦੇ ਉੱਤੇ ਹੈਲਮਟ ਪਾਉਂਦੇ ਹਾਂ, ਹਾਂਜੀ ਇੱਦਾਂ ਹੀ ਉੱਥੋਂ ਦੀ ਇੱਕ NGO ਨੇ ਕੀ ਕੀਤਾ, ਉਹਦੇ ਜਿਹੜੇ ਮੈਂਬਰਸ ਹੈ ਉਹਨਾਂ ਨੇ ਆਪਣੇ ਸਿਰਾਂ ਦੇ ਉੱਤੇ ਲਿਫਾਫੇ ਜਿਹੜੇ ਪਾ ਲਏ। ਉਹਨੂੰ ਅਸੀਂ ਪਲਾਸਟਿਕ ਸਫੋਕੇਸ਼ਨ ਕੰਪੇਨ ਦੇ ਨਾਮ ਨਾਲ ਜਾਣਦੇ ਹੈਗੇ ਆ ਵੀ ਉਹਨਾਂ ਨੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਵੀ ਇਹ ਪਲਾਸਟਿਕ ਦੇ ਲਿਫਾਫੇ ਜਿਹੜੇ ਆ ਜਿੱਦਾਂ ਸਾਡੇ ਮੈਨੂੰ ਸਫੋਕੇਟ ਕਰ ਰਹੇ ਆ, ਇਦਾਂ ਹੀ ਸਾਡੀ ਪੂਰੀ ਧਰਤੀ ਨੂੰ ਜਿਹੜਾ ਹੈਗਾ ਸਫੋਕੇਟ ਕਰ ਰਹੇ ਆ। ਧਰਤੀ ਉੱਤੇ ਲਿਫਾਫਾ ਚਾੜੀ ਜਾ ਰਹੇ ਆ ਔਰ ਇਹ ਧਰਤੀ ਨੇ ਜੇ ਸਾਹ ਲੈਣਾ ਬੰਦ ਕਰਤਾ, ਜੇ ਧਰਤੀ ਜਿਹੜੀ ਹੈ ਖਤਮ ਹੋ ਗਈ ਤੇ ਅਸੀਂ ਵੀ ਖਤਮ ਹੋ ਜਾਵਾਂਗੇ। ਹੁਣ ਇਸ ਚੀਜ਼ ਦੀ ਜਾਗ੍ਰਿਤੀ ਜਦੋਂ ਤੱਕ ਲੋਕਾਂ ਦੇ ਵਿੱਚ ਨਹੀਂ ਆਉਂਦੀ ਤੇ ਉਦੋਂ ਤੱਕ ਜਿਹੜਾ ਹੈਗਾ ਉਹ ਇਸ ਚੀਜ਼ ਦਾ ਹੱਲ ਨਹੀਂ ਨਿਕਲਦਾ ਜੀ। ਬਹੁਤ ਵਧੀਆ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਮਤਲਬ ਮਜ਼ਾ ਆ ਰਿਹਾ ਕਿ ਚਲੋ ਕੁਝ ਨਾ ਕੁਝ ਜਿਹੜਾ ਹੈਗਾ ਨਾ ਕੁਝ ਦੇ ਕੇ ਜਾਵਾਂਗੇ ਆਪਾਂ ਔਰ ਕੁਝ ਨਾ ਕੁਝ ਸਿੱਖ ਕੇ ਮੈਂ ਵੀ ਜਾਵਾਂਗਾ ਵੀ ਹਾਂ ਵਾਕਈ ਕੁਝ ਨਾ ਕੁਝ ਕਰਨਾ ਚਾਹੀਦਾ। ਕभी इधर से कभी उधर से सलाम आता है, शहर की हस्तियों में डॉक्टर साहब का नाम आता है। ਸੋ ਅੱਜ ਜਿਹੜਾ ਹੈ ਨਾ ਸੋਹਣਾ ਲੱਗਦਾ ਵੀ ਚਲੋ ਅੱਜ ਇਸ ਮਨਾਜ਼ ਹਸਤੀ ਦੇ ਨਾਲ ਬੈਠ ਕੇ ਤੇ ਨਾਲ ਗੱਲਾਂ ਬਾਤਾਂ ਕਰਕੇ ਨਾਲ ਕੁਝ ਨਾ ਕੁਝ ਸਿੱਖ ਲਈਏ। ਇਹੀ ਲਾਹਾ ਹੁੰਦਾ ਜੀ ਇਹਨਾਂ ਟਾਈਮ ਦੇ ਵਿੱਚ। ਬਿਲਕੁਲ ਜੀ, ਤੁਸੀਂ ਮੇਰੇ ਕੋਲ ਸਿੱਖਣਾ, ਮੈਂ ਤੁਹਾਡੇ ਕੋਲ ਸਿੱਖਣਾ, ਸਾਰਿਆਂ ਨੇ ਇੱਕ ਦੂਜੇ ਕੋਲ ਸਿੱਖਣਾ ਜੀ। ਹੁਣ ਤੁਸੀਂ ਦੇਖ ਲਓ ਵੀ ਸਮਾਂ ਜਿਹੜਾ ਹੈ ਨਾ ਤੇ ਆਪਾਂ ਵਕਤ ਤੋਂ ਬੇਵਕਤ ਨਹੀਂ ਹੋਣਾ, ਨਹੀਂ ਤਾਂ ਵਕਤ ਤੁਹਾਨੂੰ ਪਤਾ ਵਕਤ ਪਾ ਦਿੰਦਾ ਜੀ। ਵੈਸੇ ਵੀ ਤੁਹਾਨੂੰ ਪਤਾ ਪਲਾਸਟਿਕ ਬੈਗ ਨੇ ਤਾਂ ਵਕਤ ਪਾਇਆ ਹੀ ਹੋਇਆ। ਸੋ ਜਾਂਦੇ ਜਾਂਦੇ ਅੱਜ ਦੇ ਦਿਨ ਦੇ ਲਈ ਕੁਛ 4 ਕੁ ਲਫ਼ਜ਼ ਦੇ ਨਾਲ ਦੀ ਨਾਲ ਜਾਗਰੂਕ ਜਿਹੜੀ ਹੈਗੀ ਉਹ ਕਿਸ ਤਰੀਕੇ ਦੇ ਨਾਲ ਅਸੀਂ ਆਵਾਮ ਨੂੰ ਕਰੀਏ ਔਰ ਤੁਹਾਡਾ ਜਾਂਦੇ ਜਾਂਦੇ ਕੀ ਸੰਦੇਸ਼ ਹੈ ਪੂਰੇ ਲੋਕਾਂ ਦੇ ਵਾਸਤੇ? ਇੱਕ ਤਾਂ ਇਸ ਤਰ੍ਹਾਂ ਵੀ ਇੱਕ ਤਾਂ ਆਪਣੇ ਲੈਵਲ ਤੇ ਮੇਰੇ ਲੈਵਲ ਦੇ ਉੱਤੇ ਜਿਹੜਾ ਹੈਗਾ ਸਾਡੇ ਸਾਰਿਆਂ ਦੇ ਲੈਵਲ ਦੇ ਉੱਤੇ ਮੈਂ ਪਰਸਨਲੀ ਕਿਸ ਤਰ੍ਹਾਂ ਕੰਟਰੀਬਿਊਟ ਕਰ ਸਕਦਾ। ਜੇ ਮੈਂ ਮੰਨ ਲੈਣਾ ਸੇ ਨੋ ਟੂ ਪਲਾਸਟਿਕ ਬੈਗਸ ਵੀ ਮੈਂ ਨਹੀਂ ਵਰਤਣਾ ਤੇ ਸਾਡੀ ਅੱਧੀ ਲੜਾਈ ਜਿਹੜੀ ਹੈਗੀ ਖਤਮ ਹੋ ਜਾਂਦੀ ਹੈ ਜੀ। ਬਾਕੀ ਜਿਹੜੀ ਹੈਗੀ ਹੈ ਚੀਜ਼ ਉਹ ਸਰਕਾਰਾਂ ਜਿਹੜੀਆਂ ਦੇਸ਼ ਦੀਆਂ, ਜਿਵੇਂ ਇੰਡੀਆ ਦੇ ਵਿੱਚ ਦੇਸ਼ ਦੇ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜਿਹੜਾ ਹੈਗਾ 2019 ਦੇ ਵਿੱਚ ਆਜ਼ਾਦੀ ਦਿਵਸ ਦੇ ਉੱਤੇ ਕਿਹਾ ਸੀਗਾ ਵੀ ਸਿੰਗਲ ਯੂਜ਼ ਪਲਾਸਟਿਕ ਨੂੰ ਅਸੀਂ 2022 ਤੱਕ ਹਰ ਹਾਲਤ ਵਿੱਚ ਖਤਮ ਕਰਨਾ ਹੈਗਾ। ਉਸ ਪਾਸੇ ਅਸੀਂ ਹੁਣ ਜਿਹੜਾ ਹੈਗਾ ਉਹਦਾ ਡਰਾਫਟ ਜਿਹੜਾ ਹੈਗਾ ਇੰਟਰੋਡਿਊਸ ਕਰਤਾ ਹੈਗਾ ਤੇ ਸਤੰਬਰ 2021 ਤੱਕ ਜਿਹੜਾ ਹੈਗਾ ਪਲਾਸਟਿਕ ਬੈਗ ਜਿਹੜੇ ਸਿੰਗਲ ਯੂਜ਼ ਪਲਾਸਟਿਕ ਬੈਗ ਜਿਹੜੇ ਹੈਗੇ ਇਹਦੀ ਵਰਤੋਂ ਜਿਹੜੀ ਹੈਗੀ ਹੈ ਉਹ ਖਤਮ ਕਰਨ ਵਾਲੇ ਪਾਸੇ ਨੂੰ ਅਸੀਂ ਤੁਰ ਪੈਣਾ ਹੈਗਾ ਤੇ 2022 ਤੱਕ ਅਸੀਂ ਸਤੰਬਰ 2022 ਤੱਕ ਬਹੁਤੀਆਂ ਪਲਾਸਟਿਕ ਦੀਆਂ ਆਈਟਮ ਜਿਹੜੀਆਂ ਉਹ ਖਤਮ ਕਰਨ ਵਾਲੇ ਪਾਸੇ ਜਾਂ ਉਹਨਾਂ ਨੂੰ ਇੰਪਰੂਵ ਕਰਨ ਵਾਲੇ ਪਾਸੇ ਜਿਹੜਾ ਹੈਗਾ ਚੱਲ ਰਹੇ ਆ। ਐਨਵਾਇਰਨਮੈਂਟ ਮਿਨਿਸਟਰੀ ਜਿਹੜੀ ਹੈਗੀ ਆ ਬੜਾ ਇਹਦੇ ਉੱਤੇ ਕੰਮ ਕਰ ਰਹੀ ਹੈਗੀ ਹੈ ਤੇ ਬਾਕੀ ਜਿਹੜਾ ਹੈਗਾ ਜੇ ਤੁਸੀਂ ਸੰਦੇਸ਼ ਦੀ ਗੱਲ ਕਰਦੇ ਹੈਗੇ ਹੋ ਤਾਂ ਆਮ ਅਸੀਂ ਇਹ ਦੇਖਦੇ ਹੈਗੇ ਆ ਵੀ ਮੈਂ ਸ਼ੁਰੂਆਤ ਹੀ ਇਸ ਗੱਲ ਤੋਂ ਕੀਤੀ ਸੀਗੀ ਵੀ ਪਲਾਸਟਿਕ ਦਾ ਬੈਗ ਜਿਹਦੀ ਵਰਤੋਂ ਮੈਂ ਸਿਰਫ 15 ਮਿੰਟ ਲਈ ਕਰਦਾ ਹੈਗਾ
ਕਰਿਆਨੇ ਦੀ ਦੁਕਾਨ ਤੋਂ ਘਰ ਤੱਕ ਲਿਆਉਣ ਲਈ ਸਮਾਨ, ਜੀ। ਤੇ ਜੇਕਰ ਉਹਦਾ ਸੰਤਾਪ ਜਿਹੜਾ ਹੈਗਾ ਆ, ਵਾਤਾਵਰਣੀ ਨੁਕਸਾਨ ਜਿਹੜਾ, ਸਿਹਤ ਦਾ ਨੁਕਸਾਨ ਮੈਨੂੰ 500 ਸਾਲ ਤੱਕ ਭੁਗਤਣਾ ਪੈਂਦਾ ਹੈ, ਤੇ ਅਸੀਂ ਇਹਨੂੰ ਸਿੰਪਲ ਇਕਨੋਮਿਕਸ ਨਹੀਂ ਕਵਾਂਗੇ, ਇਹਨੂੰ ਅਸੀਂ ਪ੍ਰੋਫਿਟੇਬਲ ਇਕਨੋਮਿਕਸ ਨਹੀਂ ਕਵਾਂਗੇ ਵੀ ਫਾਇਦਾ ਤਾਂ ਮੈਨੂੰ ਸਿਰਫ ਥੋੜਾ ਜਿਹਾ ਮਿਲਿਆ, ਪਰ ਨੁਕਸਾਨ ਜਿਹੜੀਆਂ ਮੇਰੀਆਂ ਅਗਲੀਆਂ ਜਨਰੇਸ਼ਨਸ ਵੀ ਜਿਹੜੀਆਂ ਹੈਗੀਆਂ ਉਹ ਭੁਗਤਦੀਆਂ ਪਈਆਂ। ਭਾਵੇਂ ਅਗਲੀ ਜਨਰੇਸ਼ਨ ਜਿਹੜੀ ਹੈਗੀ ਹੈ ਉਹ ਇਸ ਵੇਲੇ ਮੌਜੂਦ ਨਹੀਂ ਹੈਗੀ, ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਜ਼ਰੂਰ ਕਹਿਣਗੇ ਵੀ ਸਾਡੇ ਪੁਰਖਿਆਂ ਨੇ ਸਾਡੇ ਵਾਸਤੇ ਕੀ ਕੀਤਾ ਹੈ। ਇਸ ਲਈ ਇਸ ਪਲੈਨੇਟ ਨੂੰ ਹੈਬਿਟੇਬਲ ਰੱਖਣ ਵਾਸਤੇ ਅਸੀਂ ਕੀ ਕਰੀਏ, ਪਲਾਸਟਿਕ ਬੈਗਸ ਨੂੰ ਨੋ ਕਹੀਏ, ਜ਼ੀਰੋ ਪਲਾਸਟਿਕ ਵਾਲੇ ਪਾਸੇ ਚੱਲੀਏ, ਔਰ ਇਹਨਾਂ ਦੇ ਬਦਲਾਂ ਦਾ ਇਸਤੇਮਾਲ, ਜਿਵੇਂ ਥੈਲਾ ਜਿਹੜਾ ਹੈਗਾ ਕੱਪੜੇ ਦਾ, ਜੂਟ ਦਾ ਜਾਂ ਜੀਨ ਦਾ ਜਿਹੜਾ ਹੈਗਾ ਉਹ ਵਰਤੀਏ, ਤੇ ਤਾਂ ਹੀ ਅਸੀਂ ਧਰਤੀ ਨੂੰ ਰਹਿਣ ਯੋਗ ਜਿਹੜਾ ਹੈਗਾ ਉਹ ਬਣਾ ਸਕਾਂਗੇ। ਮਤਲਬ ਕਿ ਜੇ ਅਸੀਂ ਆਪਣਾ ਭਵਿੱਖ ਸਵਾਰਨਾ, ਭਵਿੱਖ ਬਚਾਉਣਾ, ਵਾਤਾਵਰਨ ਬਚਾਉਣਾ, ਆਪਣੀ ਸਿਹਤ ਬਚਾਉਣੀ ਹੈ, ਤਾਂ ਫਿਰ ਸਾਨੂੰ ਕਹਿਣਾ ਪੈਣਾ ਸੇ ਨੋ ਟੂ ਪਲਾਸਟਿਕ ਔਰ ਪਲਾਸਟਿਕ ਬੈਗਸ। ਔਰ ਬਹੁਤ ਬਹੁਤ ਸ਼ੁਕਰੀਆ ਜੀ ਇੰਨੀ ਵਧੀਆ ਜਾਣਕਾਰੀ ਦੇਣ ਵਾਸਤੇ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ।